ਅੱਜ ਦਾ ਦਿਨ ਬਹੁਤ ਕਰਮਾਂ ਭਾਗਾਂ ਵਾਲਾ ਹੈ। ਜਗਤ ਜਲੰਦੇ ਦੇ ਮਾਲਕ, ਤਿੰਨਾਂ ਲੋਕਾਂ 14 ਭਵਨਾਂ ਦੇ ਮਾਲਕ, ਜਿਨ੍ਹਾਂ ਨੂੰ ਕਹਿ ਦਿੱਤਾ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਨਿਰੰਕਾਰ ਅਕਾਲ ਜੋਤ ਜਗ ਮੰਡਲ ਕਰਿਓ। ਜਗਤ ਜਲੰਦੇ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਧੰਨ ਧੰਨ ਬ੍ਰਹਮ ਗਿਆਨੀ, ਬ੍ਰਹਮ ਸਰੋਤੀ, ਬ੍ਰਹਮ ਦ੍ਰਿਸ਼ਟੀ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਮਹਾਰਾਜ ਮਨਸੂਰਵਾਲ ਭੁੱਚੋ ਵਾਲੇ, ਜਿਨ੍ਹਾਂ ਦਾ 205 ਸਾਲਾ ਸਮਾਗਮ ਅੱਜ ਮਨਾਇਆ ਜਾ ਰਿਹਾ ਹੈ। ਉਹਨਾਂ ਮਹਾਂਪੁਰਖਾਂ ਦੀ ਕਮਾਈ ਜਿਹੜੀ ਸੀ ਬੜੀ ਬੇਅੰਤ ਸੀ। ਸਵੇਰ ਤੋਂ ਆਪਾਂ ਸੁਣਦੇ ਆ ਰਹੇ ਹਾਂ। ਏਡੀ ਵੱਡੀ ਕਮਾਈ ਸੀ ਜਿਨ੍ਹਾਂ ਨੇ ਜਨਮ ਤੋਂ ਲੈ ਕੇ ਹੀ, ਇੱਕ ਜਨਮ ਨਹੀਂ ਆਪਾਂ ਕਹਿ ਸਕਦੇ, ਕਈ ਜਨਮਾਂ ਦੇ ਵਿੱਚ ਉਹਨਾਂ ਨੇ ਉਹ ਕਮਾਈ ਇਕੱਠੀ ਕੀਤੀ ਤੇ ਅੱਜ ਉਹਨਾਂ ਦਾ ਸੰਸਾਰ ਦੇ ਵਿੱਚ ਜਸ ਹੈ। ਜਸ ਕਿਸੇ ਬੰਦੇ ਦਾ ਨਹੀਂ ਹੁੰਦਾ, ਜਸ ਹੁੰਦਾ ਵੀ ਹੈ। ਤੁਸੀਂ ਦੇਖਦੇ ਹੋ ਵੋਟਾਂ ਆਉਂਦੀਆਂ ਨੇ ਨਾ, 4 ਦਿਨ ਪੈਸੇ ਦੇ ਕੇ ਆਪਾਂ ਜਸ ਖਰੀਦਦੇ ਆਂ। ਬੜੇ ਨਾਅਰੇ ਲੱਗਦੇ ਨੇ ਜਿੰਦਾਬਾਦ ਦੇ। ਜਿਹੜਾ ਮਾਇਆ ਦੇ ਨਾਲ ਜਸ ਖਰੀਦਿਆ ਹੁੰਦਾ ਹੈ ਉਹ 5 ਸਾਲਾਂ ਦੇ ਵਿੱਚ ਤਾਂ ਇੱਕ ਪਾਸੇ ਰਹਿ ਗਿਆ, ਸਾਲ ਦੇ ਵਿੱਚ ਹੀ ਖੂਹ ਖਾਤੇ 'ਚ ਪੈ ਜਾਂਦਾ ਹੈ। ਪਰ ਜਿਹੜਾ ਜਸ ਗੁਰੂ ਦੀ ਕੀਰਤੀ ਤੋਂ ਮਿਲਿਆ ਹੈ ਨਾ, ਉਹ ਗੁਰਮੁਖ ਪਿਆਰਿਓ ਸਦਾ ਵਾਸਤੇ ਹੁੰਦਾ ਹੈ, ਇਸ ਧਰਤੀ ਤੇ ਵੀ, ਲੋਕ ਪਰਲੋਕ ਦੇ ਵਿੱਚ ਵੀ। ਤੇ ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਮਹਾਰਾਜ ਦਾ ਜਸ ਹੋ ਰਿਹਾ ਹੈ ਬੰਦਗੀ ਦੇ ਸਿਰ ਤੇ, ਕਮਾਈ ਦੇ ਸਿਰ ਤੇ। ਜਿਹੜਾ ਨਾਨਕਸਰ ਪ੍ਰਸ਼ਾਦਾ ਨਹੀਂ ਨਾ ਪੱਕਦਾ, ਆਪਾਂ ਜਾਣੇ ਦਰਸ਼ਨ ਕਰਦੇ, ਪੱਕਿਆ ਪਕਾਇਆ ਆਉਂਦਾ ਹੈ। ਹੁਣ ਪੱਕਿਆ ਪਕਾਇਆ ਆਪਾਂ ਕਿਤੇ ਲੈ ਕੇ ਜਾਣਾ ਹੋਵੇ ਨਾ ਕਿਸੇ ਵਾਸਤੇ ਪ੍ਰਸ਼ਾਦਾ, ਆਪਦੇ ਘਰ ਦੇ ਮੈਂਬਰ ਵਾਸਤੇ ਹੀ 1 ਦਿਨ ਲੈ ਜਾਓਗੇ, 2 ਦਿਨ ਲੈ ਜਾਓਗੇ, 3 ਦਿਨ ਲੈ ਜਾਓਗੇ, ਚੌਥੇ ਦਿਨ ਤੁਸੀਂ ਵੀ ਹੱਥ ਖੜੇ ਕਰ ਦਿਓਗੇ ਵੀ ਸਾਡੇ ਕੋਲੋਂ ਤੇਰਾ ਪ੍ਰਸ਼ਾਦਾ ਤੇਰੇ ਪਿੱਛੇ ਨਹੀਂ ਪਹੁੰਚਦਾ। ਆਪਦੇ ਘਰ ਦੀ ਗੱਲ ਹੈ। ਪਰ ਨਾਨਕਸਰ ਕਲੇਰਾਂ ਤੁਸੀਂ ਜਾਓਗੇ ਨਾ, ਅੱਜ ਦਾ ਨਹੀਂ, 100 ਸਾਲ ਹੋ ਗਿਆ, 100 ਸਾਲ ਚੁੱਲ੍ਹੇ 'ਚ ਅੱਗ ਕਿਤੇ ਨਹੀਂ ਬਲਦੀ, ਪ੍ਰਸ਼ਾਦਾ ਕਿਤੇ ਨਹੀਂ ਪੱਕਦਾ। ਮਹਾਂਪੁਰਖ ਵੀ ਪਹੁੰਚ ਚੁੱਕੇ ਨੇ, ਬਾਬਾ ਸੁਖਦੇਵ ਸਿੰਘ ਜੀ ਹੁਣੀ ਵੀ, ਉਹਨਾਂ ਵੀ ਮਹਾਂਪੁਰਖਾਂ ਦੀ ਉਡੀਕ ਦੇ ਵਿੱਚ ਆਪਾਂ ਸਾਰੇ ਬੈਠੇ ਆਂ। ਬੜੀ ਦੂਰ ਤੋਂ ਚੱਲ ਕੇ ਆਏ ਨੇ। ਗੁਰਮੁਖ ਪਿਆਰਿਓ, ਜਿਹੜਾ ਪ੍ਰਸ਼ਾਦਾ ਹੈ ਉਹ ਨਾਨਕਸਰ ਦੇ ਵਿੱਚ ਨਹੀਂ ਪੱਕਦਾ, ਪਰ 100 ਸਾਲ ਹੋ ਗਿਆ, 100 ਸਾਲ ਤੇ ਤੁਸੀਂ ਜਾਓਗੇ, ਪੱਕਦਾ ਵੀ ਨਹੀਂ ਤੇ ਭੁੱਖਾ ਵੀ ਕੋਈ ਨਹੀਂ ਜਾਂਦਾ। ਪ੍ਰਸ਼ਾਦਾ ਪੱਕਦਾ ਵੀ ਨਹੀਂ ਤੇ ਭੁੱਖਾ ਵੀ ਕੋਈ ਨਹੀਂ ਜਾਂਦਾ, ਆਟੋਮੈਟਿਕ ਆ ਰਿਹਾ ਪਦਾਰਥ। ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਨੇ, ਧੰਨ ਬਾਬਾ ਆਨੰਦ ਸਿੰਘ ਜੀ ਨੂੰ ਬਚਨ ਕੀਤਾ, ਰਿਖੀ ਜੀ ਜੇ ਕਿਤੇ ਤਪ ਕਰਦਿਆਂ ਭੁੱਖ ਜ਼ੋਰ ਪਾਵੇ ਨਾ ਤੇ ਇੱਕ ਘਰ ਹੀ ਮੰਗਣਾ, ਦੂਜੇ ਘਰ ਨਹੀਂ ਜਾਣਾ। ਜੋ ਉੱਥੋਂ ਮਿਲ ਗਿਆ ਛਕ ਲੈਣਾ, ਜੇ ਨਹੀਂ ਮਿਲਿਆ ਤੇ ਫਿਰ ਬੰਦਗੀ ਸ਼ੁਰੂ ਕਰ ਦੇਣੀ ਹੈ। ਅਗਲੇ ਘਰ ਨਹੀਂ ਜਾਣਾ, ਫਿਰ ਅਗਲੇ ਦਿਨ। ਤੇ ਬਾਬਾ ਆਨੰਦ ਸਿੰਘ ਜੀ ਹੜੱਪੇ ਦੀ ਧਰਤੀ, ਝੰਗ ਮੰਗਿਆਣੇ ਦਾ ਇਲਾਕਾ, ਜੰਗਲ ਬੀਆਬਾਨ। ਅੱਜ ਬਾਬਾ ਆਨੰਦ ਸਿੰਘ ਜੀ ਨੂੰ ਭੁੱਖ ਨੇ ਜ਼ੋਰ ਪਾਇਆ ਤੇ ਇੱਕ ਪਿੰਡ ਦੇ ਵਿੱਚ ਮੰਗਣ ਵਾਸਤੇ ਚਲੇ ਗਏ। ਸਵੇਰ ਦਾ ਟਾਈਮ ਤੇ ਮਾਤਾ ਪ੍ਰਸ਼ਾਦੇ ਲਾ ਰਹੀ ਹੈ। ਸਤਨਾਮ ਦਾ ਵਾਜਾ ਦਿੱਤਾ ਬਾਬਾ ਆਨੰਦ ਸਿੰਘ ਜੀ ਨੇ ਤੇ ਬੀਬੀ ਪ੍ਰਸ਼ਾਦੇ ਪਕਾਉਂਦੀ ਸੀ ਕਾਲੀ ਦੇ ਵਿੱਚ।
ਮਾਤਾ ਕਹਿਣ ਲੱਗੀ ਬਾਬਾ ਜੀ ਮੇਰੇ ਘਰ ਵਾਲਾ ਨਾ ਤੜਕੇ ਦਾ ਹੀ ਖੇਤਾਂ ਵਿੱਚ ਹਲ ਵਾਉਣ ਵਾਸਤੇ ਗਿਆ ਹੈ ਤੇ ਪ੍ਰਸ਼ਾਦਾ ਹੋ ਗਿਆ ਲੇਟ। ਮੈਂ ਪਹਿਲਾਂ ਪ੍ਰਸ਼ਾਦਾ ਆਪਣੇ ਘਰ ਵਾਲੇ ਦਾ ਪਹੁੰਚਾਉਣਾ, ਤੁਸੀਂ ਫੇਰ ਆ ਜਿਓ। ਹੁਣ ਬਾਬਾ ਨੰਦ ਸਿੰਘ ਜੀ ਨੂੰ ਬਚਨ ਸੀ ਬਾਬਾ ਜੀ ਪੁੱਛੋ ਵਾਲਿਆਂ ਦਾ, ਰਿਖੀ ਜੀ ਇੱਕ ਘਰ ਮੰਗਣਾ ਹੈ, ਜੇ ਮਿਲ ਗਿਆ ਛਕਣਾ ਹੈ, ਜੇ ਨਹੀਂ ਮਿਲਿਆ ਤੇ ਫਿਰ ਬੰਦਗੀ। ਬਾਬਾ ਨੰਦ ਸਿੰਘ ਜੀ ਫਿਰ ਵਾਪਸ ਮੁੜ ਪਏ। ਹੁਣ ਬਾਬਾ ਨੰਦ ਸਿੰਘ ਜੀ ਗਲ ਗਲ ਪਾਣੀ ਦੇ ਵਿੱਚ ਖੜ ਕੇ ਤਪ ਕਰਦੇ ਨੇ, ਸਰੀਰ ਬੜਾ ਕਮਜ਼ੋਰ ਹੋ ਗਿਆ, ਅੰਨ ਜਲ ਛਕਿਆ ਨਹੀਂ। ਤੇ ਅੱਜ ਮਨ ਵਿੱਚ ਫੁਰਨਾ ਆਇਆ ਕਿ ਚਲੋ ਪੁੱਛੋ ਚਲੀਏ, ਬਾਬਾ ਜੀ ਦੇ ਦਰਸ਼ਨ ਕਰਕੇ ਆਈਏ, ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਦੇ। ਤੇ ਬਾਬਾ ਨੰਦ ਸਿੰਘ ਜੀ ਨੰਗੇ ਪੈਰ ਤੁਰੇ ਜਾ ਰਹੇ ਨੇ ਤੇ ਪੈਰਾਂ ਦੇ ਵਿੱਚ ਕੰਡੇ ਲੱਗੇ ਹੋਏ ਨੇ, ਖੂਨ ਵਗ ਰਿਹਾ ਹੈ। ਬੰਦਗੀ ਕਰਨੀ ਕਿਤੇ ਸੌਖੀ ਨਹੀਂ ਤੇ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ। ਕੰਡੇ ਵੱਜ ਗਏ, ਤੁਰਿਆ ਜਾਂਦਾ ਨਹੀਂ, ਇੱਕ ਦਰਖਤ ਦਾ ਢਾਸਣਾ ਲਾ ਕੇ ਬੈਠ ਗਏ। ਇੰਨੇ ਚਿਰ ਨੂੰ ਇੱਕ ਊਠ ਵਾਲਾ ਆ ਗਿਆ। ਉਹ ਪੁੱਛਣ ਲੱਗਾ ਮਹਾਂਪੁਰਖੋ ਤੁਸੀਂ ਬੈਠੇ ਹੋ, ਕਿੱਥੇ ਜਾਣਾ ਹੈ? ਕਹਿੰਦੇ ਭਾਈ ਇੱਥੇ ਨੇੜੇ ਹੀ ਇੱਕ ਸ਼ਾਂਗੇ ਮਾਂਗੇ ਦਾ ਸਟੇਸ਼ਨ ਪੈਂਦਾ, ਉਹ ਸ਼ਹਿਰ ਨਕਸ਼ੇ ਦੇ ਵਿੱਚ ਵੀ ਹੈ ਸ਼ਾਂਗਾ ਮਾਂਗਾ। ਉੱਥੇ ਸਟੇਸ਼ਨ ਤੇ ਜਾਣਾ, ਉੱਥੋਂ ਟ੍ਰੇਨ ਦੇ ਵਿੱਚ ਬੈਠ ਕੇ ਬਠਿੰਡੇ ਪਹੁੰਚਣਾ ਹੈ। ਤੇ ਮੇਰੇ ਕੋਲੋਂ ਤੁਰਿਆ ਨਹੀਂ ਜਾਂਦਾ, ਪੈਰਾਂ 'ਚ ਕੰਡੇ ਲੱਗੇ ਨੇ। ਊਠ ਵਾਲੇ ਨੇ ਕੀ ਕੀਤਾ, ਬਾਬਾ ਜੀ ਦੇ ਪੈਰਾਂ 'ਚੋਂ ਕੰਡੇ ਕੱਢੇ, ਊਠ ਦੇ ਉੱਤੇ ਬਿਠਾਲ ਲਿਆ ਤੇ ਸ਼ਾਂਗੇ ਮਾਂਗੇ ਸਟੇਸ਼ਨ ਤੇ ਜਾ ਕੇ ਬਠਿੰਡੇ ਵਾਲੀ ਟ੍ਰੇਨ ਦੇ ਵਿੱਚ ਬਿਠਾ ਦਿੱਤਾ। ਤੇ ਬਾਬਾ ਨੰਦ ਸਿੰਘ ਜੀ ਕਹਿਣ ਲੱਗੇ ਭਾਈ ਕੋਈ ਪੈਸਾ ਵੀ ਹੈ ਨਹੀਂ, ਕਿਉਂ ਪੱਲੇ ਬੰਨ ਨਾ ਚੱਲਦੇ ਪੰਛੀ ਤੇ ਦਰਵੇਸ਼। ਮਹਾਂਪੁਰਖਾਂ ਦਾ ਜੀਵਨ ਤੇ ਪੰਛੀਆਂ ਦਾ ਜੀਵਨ ਇੱਕੋ ਜਿਹਾ ਹੈ। ਜਦੋਂ ਪੰਛੀ ਉਡਾਰੀ ਮਾਰਦੇ ਨੇ, ਉਹ ਕੋਈ ਪੱਲੇ ਨਾਲ ਬੰਨ ਕੇ ਚੀਜ਼ ਲੈ ਕੇ ਨਹੀਂ ਜਾਂਦੇ ਕਿ ਫਲਾਣੀ ਜਗ੍ਹਾ ਤੇ ਖਾਵਾਂਗੇ, ਨਹੀਂ, ਜਿੱਥੇ ਮਿਲ ਗਿਆ ਉੱਥੇ ਚੁਗ ਲਿਆ। ਤੇ ਮਹਾਂਪੁਰਖਾਂ ਦਾ ਵੀ ਜੀਵਨ ਇਹੋ ਜਿਹਾ ਹੁੰਦਾ, ਜਿੱਥੇ ਮਿਲ ਗਿਆ ਛਕ ਲਿਆ, ਨਹੀਂ ਤੇ ਆਨੰਦ ਦੇ ਵਿੱਚ ਹੈ। ਤੇ ਬਾਬਾ ਨੰਦ ਸਿੰਘ ਜੀ ਨੂੰ ਟਿਕਟ ਲੈ ਕੇ ਦਿੱਤੀ ਉਸ ਊਠ ਵਾਲੇ ਨੇ, ਟ੍ਰੇਨ ਦੀ, ਬਠਿੰਡੇ ਤੱਕ ਦੀ। ਸਵੇਰੇ ਬੈਠੇ, ਸ਼ਾਮ ਨੂੰ ਬਠਿੰਡੇ ਪਹੁੰਚ ਗਏ। ਹੁਣ ਸਹਿਜੇ ਸਹਿਜੇ ਟ੍ਰੇਨ 'ਚੋਂ ਉਤਰੇ ਤੇ ਸਟੇਸ਼ਨ ਤੋਂ ਬਾਹਰ ਨੂੰ ਤੁਰ ਪਏ। ਜਦੋਂ ਬਾਹਰ ਆਏ, ਇੱਕ ਟਾਂਗੇ ਵਾਲਾ ਖੜਾ ਹੈ, ਉਹ ਆਵਾਜ਼ ਦੇ ਰਿਹਾ ਜੇ ਕਿਸੇ ਨੇ ਭੁੱਚੋ ਜਾਣਾ ਸਵਾਰੀ ਨੇ ਤੇ ਮੇਰੇ ਟਾਂਗੇ 'ਚ ਬਹਿ ਜਾਵੇ। ਬਾਬਾ ਜੀ ਕੋਲੇ ਖੜ ਗਏ ਪਰ ਟਾਂਗੇ 'ਚ ਨਹੀਂ ਬੈਠੇ। ਟਾਂਗੇ ਵਾਲਾ ਕਹਿਣ ਲੱਗਾ ਮਹਾਂਪੁਰਖੋ ਤੁਸੀਂ ਬੈਠੋ। ਬਾਬਾ ਨੰਦ ਸਿੰਘ ਜੀ ਲੱਗੇ ਕਹਿਣ ਭਾਈ ਬੋਝੇ 'ਚ ਪੈਸਾ ਕੋਈ ਨਹੀਂ। ਬਾਬਾ ਨੰਦ ਸਿੰਘ ਜੀ ਦੇ ਚੋਲੇ ਦੇ ਮੈਂ ਦਰਸ਼ਨ ਕੀਤੇ ਨੇ। ਬਾਬਾ ਨੰਦ ਸਿੰਘ ਜੀ ਦੇ ਚੋਲੇ ਨੂੰ ਜੇਬ ਨਹੀਂ ਸੀ। ਕਹਿੰਦੇ ਜੇਬ ਲਾਉਣੀ ਕਾਹਨੂੰ ਹੈ, ਜਦੋਂ ਪੈਸਾ ਕੋਈ ਚੀਜ਼ ਤੇ ਆਪਾਂ ਕੋਲ ਰੱਖਣੀ ਨਹੀਂ, ਜੇਬ ਤੇ ਤਾਂ ਲਾਈਦੀ ਹੈ ਨਾ ਜੇ ਪੈਸੇ ਪਾਉਣੇ ਹੋਣ। ਉਹਨਾਂ ਨੇ ਸਾਰੀ ਜ਼ਿੰਦਗੀ 'ਚ ਚੋਲੇ ਨੂੰ ਜੇਬ ਨਹੀਂ ਲਾਈ ਵੀ ਜਦੋਂ ਪੈਸਾ ਆਪਾਂ ਹੱਥ ਹੀ ਨਹੀਂ ਲਾਉਣੇ। ਬਾਬਾ ਜੀ ਬਚਨ ਕਰਦੇ ਹੁੰਦੇ ਸੀ ਪੈਸੇ ਦੀ ਮੋਹਰ ਨਹੀਂ ਅਜੇ ਤੱਕ ਦੇਖੀ ਵੀ ਕਿਹੋ ਜੀ ਹੁੰਦੀ ਹੈ। ਨਾ ਕੋਲੇ ਰੱਖਿਆ, ਹੱਥ ਲਾਉਂਦੇ ਨਹੀਂ ਸੀ, ਨਾ ਕੋਈ ਟਿਕਾਣਾ ਬਣਾਉਂਦੇ ਸੀ। ਜੇ ਕਿਸੇ ਝੁੱਗੀ 'ਚ ਰਾਤ ਰਹੇ ਤੇ ਜਾਣ ਲੱਗੇ ਉਹਨੂੰ ਵੀ ਅੱਗ ਲਾ ਕੇ ਚਲੇ ਗਏ। ਮੌਜ ਆਈ ਫਕੀਰ ਕੀ ਗਿਆ ਝੌਂਪੜੀ ਫੂਕ, ਅੱਗ ਲਾ ਕੇ ਚਲੇ ਜਾਂਦੇ ਸੀ। ਸੋ ਧੰਨ ਬਾਬਾ ਨੰਦ ਸਿੰਘ ਜੀ ਕਹਿਣ ਲੱਗੇ ਟਾਂਗੇ ਵਾਲੇ ਨੂੰ ਭਾਈ ਤੂੰ ਪੈਸੇ ਮੰਗੇਗਾ ਤੇ ਪੈਸਾ ਮੇਰੇ ਕੋਲ ਹੈ ਨਹੀਂ। ਸ਼ਾਮ ਦਾ ਟਾਈਮ ਸੀ ਤੇ ਟਾਂਗੇ ਵਾਲੇ ਨੇ ਬੇਨਤੀ ਕੀਤੀ ਬਾਬਾ ਜੀ ਜੇ ਪੈਸਾ ਤੁਹਾਡੇ ਕੋਲ ਨਹੀਂ ਤੇ ਮੈਂ ਲੈਣਾ ਵੀ ਨਹੀਂ, ਮੈਂ ਸੇਵਾ ਹੀ ਸਮਝ ਲਵਾਂਗਾ, ਬੈਠੋ ਟਾਂਗੇ ਦੇ ਵਿੱਚ। ਬਾਬਾ ਨੰਦ ਸਿੰਘ ਜੀ ਬੈਠ ਕੇ ਪੁੱਛੋ ਸਥਾਨ ਦੇ ਉੱਤੇ ਲਿਆ ਕੇ ਅੱਗੇ ਤਾਰ ਦਿੱਤਾ ਤੇ ਬਾਬਾ ਨੰਦ ਸਿੰਘ ਜੀ ਸਹਿਜੇ ਸਹਿਜੇ ਚੱਲ ਪਏ ਬਾਬਾ ਮਹਾ ਹਰਨਾਮ ਸਿੰਘ ਜੀ ਵੱਲ। ਤੇ ਬਾਬਾ ਜੀ ਨੇ ਜ਼ਿਆਦਾ ਸਮਾਂ ਜਿਹੜਾ ਨਾ 40-50 ਸਾਲ ਦਾ ਸਮਾਂ ਉਹ ਟਿੱਲੇ ਦੇ ਉੱਤੇ ਗੁਜ਼ਾਰਿਆ, ਮਿੱਟੀ ਦਾ ਟਿੱਬਾ ਉਹਦੇ ਉੱਤੇ।
ਤੇ ਜਦੋਂ ਬਾਬਾ ਆਨੰਦ ਸਿੰਘ ਜੀ ਗਏ, ਬਾਬਾ ਮਹਾਂ ਹਰਨਾਮ ਸਿੰਘ ਦੇ ਕੋਲੇ ਜਦੋਂ ਮੱਥਾ ਟੇਕਣ ਲੱਗੇ ਨਾ, ਤੇ ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਦੇ ਉੱਤੇ ਹੱਥ ਲਾ ਦਿੱਤਾ। ਹੁਣ ਗੁਰੂ ਸੀ ਬਾਬਾ ਆਨੰਦ ਸਿੰਘ ਜੀ ਰੋਣ ਲੱਗ ਪਏ। ਮਹਾਰਾਜ ਮੇਰੇ ਪੈਰਾਂ ਦੇ ਉੱਤੇ ਹੱਥ ਲਾਇਆ, ਮੇਰੀ ਤੇ ਸਾਰੀ ਜ਼ਿੰਦਗੀ ਦੀ ਕਮਾਈ ਖੂਹ ਖਾਤੇ 'ਚ ਪੈ ਗਈ ਹੈ, ਮੈਂ ਤੇ ਖਾਲੀ ਹੋ ਗਿਆ। ਰੋਣ ਲੱਗ ਪਏ, ਤਾਹਾਂ ਮਾਰਨ ਲੱਗ ਪਏ। ਤੇ ਬਾਬਾ ਮਹਾਂ ਹਰਨਾਮ ਸਿੰਘ ਜੀ ਹੱਸਣ ਲੱਗ ਪਏ, ਕਹਿਣ ਲੱਗੇ ਰਿਖੀ ਜੀ ਮਾੜਾ ਜਿਹਾ ਹੱਥ ਲਾਇਆ, ਤਾਹਾਂ ਮਾਰਨ ਲੱਗ ਪਏ ਹੋ। ਜਿਹੜਾ ਊਠ ਲੈ ਕੇ ਆਇਆ ਸੀ ਤੇ ਪੈਰਾਂ ਚੋਂ ਕੰਡੇ ਕੱਢੇ ਸੀ, ਉਹ ਕੌਣ ਸੀ? ਦੇਖੋ, ਇਹ ਹੈ ਕਮਾਈ। ਜਿਹੜਾ ਊਠ ਲੈ ਕੇ ਆਇਆ, ਪੈਰਾਂ ਚੋਂ ਕੰਡੇ ਕੱਢੇ, ਬੜੇ ਸਵਾਰ ਕੇ ਕੰਡੇ ਕਢਾਏ, ਉਦੋਂ ਪੈਰ ਅੱਗੇ ਕਰ ਕਰਕੇ ਊਠ ਦੇ ਉੱਤੇ ਚੱਕ ਕੇ ਬਿਠਾ ਲਿਆ, ਟ੍ਰੇਨ ਵਿੱਚ ਲਿਆਂਦਾ। ਉਦੋਂ ਕਹਿੰਦੇ ਸੀ ਪੈਸਾ ਕੋਲ ਨਹੀਂ, ਟਿਕਟ ਵੀ ਹੈ ਨਹੀਂ, ਉਹ ਵੀ ਲੈ ਕੇ ਦਿੱਤੀ, ਉਹ ਅਸੀਂ ਸੀ। ਜਦੋਂ ਬਠਿੰਡੇ ਸਟੇਸ਼ਨ ਦੇ ਉੱਤੇ ਉਤਰੇ, ਉਹ ਟਾਂਗੇ ਵਾਲਾ ਕੌਣ ਸੀ? ਜਿਹੜਾ ਤੈਨੂੰ ਇੱਥੇ ਤਾਰ ਕੇ ਗਿਆ, ਉਹ ਵੀ ਮੈਂ ਹੀ ਸੀ। ਤੈਨੂੰ ਲਿਆਉਣ ਵਾਲਾ ਮੈਂ ਹੀ ਐ। ਹੁਣ ਹੱਥ ਲਾਇਆ ਤੇ ਰੋਣ ਲੱਗ ਪਏ। ਹੁਣ ਨਾਨਕਸਰ ਪ੍ਰਸ਼ਾਦਾ ਕਿਉਂ ਨਹੀਂ ਪੱਕਦਾ? ਤੇ ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਪੁੱਛਿਆ ਬਾਬਾ ਆਨੰਦ ਸਿੰਘ ਜੀ ਨੂੰ, ਜਦੋਂ ਮਾਤਾ ਦੇ ਕੋਲੋਂ ਪ੍ਰਸ਼ਾਦਾ ਲੈਣ ਗਏ ਸੀ, ਮਾਤਾ ਨੇ ਕੀ ਆਖਿਆ? ਕਹਿਣ ਲੱਗੇ ਜੀ ਮਾਤਾ ਕਹਿੰਦੀ ਮੇਰੇ ਘਰ ਵਾਲਾ ਤੜਕੇ ਦਾ ਖੇਤਾਂ 'ਚ ਗਿਆ ਹਲ ਵਾਹੁਣ ਵਾਸਤੇ, ਤੇ ਪ੍ਰਸ਼ਾਦਾ ਹੋ ਗਿਆ ਲੇਟ, ਪਹਿਲਾਂ ਮੈਂ ਪ੍ਰਸ਼ਾਦਾ ਉਹਦਾ ਪਹੁੰਚਾਉਣਾ, ਫੇਰ ਆ ਜਿਓ। ਪੁੱਛੋ ਵਾਲੇ ਬਾਬਾ ਜੀ ਕਹਿਣ ਲੱਗੇ ਰਿਖੀ ਜੀ ਰਮਜਾਂ ਸਮਝ ਜਾਣੀਆਂ ਚਾਹੀਦੀਆਂ ਨੇ। ਇਹ ਰਮਜ ਹੈ ਇੱਕ, ਜਿਵੇਂ ਇੱਕ ਘਰ ਵਾਲੀ ਨੂੰ ਆਪਣੇ ਪਤੀ ਦਾ ਫਿਕਰ ਹੈ ਵੀ ਉਹ ਘਰ ਦਾ ਕੰਮ ਕਰਦਾ ਇੱਕ ਦੁਨਿਆਵੀ, ਉਹਦਾ ਪ੍ਰਸ਼ਾਦਾ ਲੇਟ ਹੈ, ਮੈਂ ਪ੍ਰਸ਼ਾਦਾ ਪਹੁੰਚਾਉਣਾ, ਉਹ ਘਰ ਵਾਲੀ ਨੂੰ ਫਿਕਰ ਹੈ ਬੀਬੀ ਨੂੰ। ਇਵੇਂ ਤੁਹਾਡੀ ਵੀ ਫਿਕਰ ਗੁਰੂ ਨਾਨਕ ਨੂੰ ਹੈ, ਤੁਸੀਂ ਗੁਰੂ ਨਾਨਕ ਦੀ ਕਾਰ ਕਰਦੇ, ਤੁਹਾਡੀ ਫਿਕਰ ਉਹਨੂੰ ਹੈ। ਰਿਖੀ ਜੀ ਅੱਜ ਤੋਂ ਮੰਗਣਾ ਨਹੀਂ, ਜਿੱਥੇ ਵੀ ਤੁਸੀਂ ਬੈਠੇ ਹੋਵੋਗੇ ਨਾ, ਗੁਰੂ ਨਾਨਕ ਪਾਤਸ਼ਾਹ ਪੱਕਿਆ ਪਕਾਇਆ ਤੁਹਾਡੇ ਵਾਸਤੇ ਭੇਜੇਗਾ। ਇਹ ਬਾਬਾ ਜੀ ਦੇ ਬਚਨ ਬਾਬਾ ਆਨੰਦ ਸਿੰਘ ਜੀ ਨੂੰ ਹੋਏ ਨੇ, ਪ੍ਰਸ਼ਾਦਾ ਪੱਕਿਆ ਪਕਾਇਆ ਆਵੇਗਾ। ਤੇ ਇੱਕ ਵਾਰੀ ਬਾਬਾ ਆਨੰਦ ਸਿੰਘ ਜੀ ਦੇਹਰਾਦੂਨ ਦੇ ਇਲਾਕੇ ਦੇ ਵਿੱਚ ਘੋਰ ਸੰਘਣੇ ਜੰਗਲ ਦੇ ਵਿੱਚ, ਉੱਥੇ ਇੱਕ ਬੋਹੜ ਦਾ ਦਰਖਤ ਹੈ 1012 ਸਾਲ ਪੁਰਾਣਾ, ਬੜਾ ਵੱਡਾ ਦਰਖਤ ਹੈ, ਬੜੀ ਦੂਰ ਤੱਕ ਉਹਦੀਆਂ ਜੜ੍ਹਾਂ ਫੈਲੀਆਂ ਨੇ। ਉਹਦੀਆਂ ਜੜ੍ਹਾਂ ਦੇ ਵਿੱਚ ਬੈਠ ਕੇ ਬਾਬਾ ਆਨੰਦ ਸਿੰਘ ਜੀ ਤਪੱਸਿਆ ਕਰਦੇ ਹੁੰਦੇ ਸੀ, ਉਹਦੀਆਂ ਜੜ੍ਹਾਂ ਵਿੱਚ ਲੁਕ ਕੇ। ਤੇ ਭੁੱਖ ਲੱਗੀ ਮਹਾਂਪੁਰਖਾਂ ਨੂੰ, ਤੇ ਇੱਕ ਗੱਡੇ ਵਾਲੇ ਰਸਤਾ ਭੁੱਲ ਗਏ। ਉਹ ਜਦੋਂ ਲੰਘਣ ਲੱਗੇ, ਉਹ ਕਹਿੰਦੇ ਭੁੱਖ ਲੱਗੀ ਹੈ, ਪਹਿਲਾਂ ਪ੍ਰਸ਼ਾਦਾ ਛਕ ਲਈਏ। ਪ੍ਰਸ਼ਾਦਾ ਖੋਲਿਆ, ਜਦੋਂ ਛਕਣ ਲੱਗੇ ਨਿਗਾਹ ਕਿੱਥੇ ਪਈ, ਇੱਕ ਸਾਹਮਣੇ ਬੋਹੜ ਦੀਆਂ ਜੜ੍ਹਾਂ 'ਚ ਸੰਤ ਬੈਠੇ ਨੇ। ਹੁਣ ਦੇਖੋ ਪਰਮੇਸ਼ਰ ਕਿਵੇਂ ਪ੍ਰਸ਼ਾਦਾ ਪਹੁੰਚਾਉਂਦਾ ਆਪਣੇ ਭਗਤਾਂ ਦਾ। ਉਹ ਕਹਿੰਦੇ ਭਾਈ ਆਪਾਂ ਬਾਅਦ 'ਚ ਛਕਾਂਗੇ, ਪਹਿਲਾਂ ਉਹ ਮਹਾਂਪੁਰਖ ਜੜ੍ਹਾਂ ਦੇ ਵਿੱਚ ਬੈਠੇ ਨੇ ਚੌਂਕੜਾ ਮਾਰ ਕੇ, ਉਹਨਾਂ ਨੂੰ ਪ੍ਰਸ਼ਾਦਾ ਪੁੱਛੀਏ, ਪਹਿਲਾਂ ਸੁੱਚਾ ਪ੍ਰਸ਼ਾਦਾ ਉਹਨਾਂ ਨੂੰ ਪਹੁੰਚਾਈਏ। ਬਾਬਾ ਆਨੰਦ ਸਿੰਘ ਜੀ ਦੇ ਕੋਲੇ ਗਏ, ਆਵਾਜ਼ ਦਿੱਤੀ ਸਤਨਾਮ ਦੀ, ਬਾਬਾ ਜੀ ਨੇ ਨੇਤਰ ਖੋਲੇ। ਕੌਣ ਹੋ ਭਾਈ ਤੁਸੀਂ? ਮਹਾਰਾਜ ਰਸਤਾ ਭੁੱਲ ਗਏ, ਭੁੱਖ ਲੱਗੀ, ਪ੍ਰਸ਼ਾਦਾ ਛਕਣ ਲੱਗੇ, ਤੁਹਾਡੇ ਤੇ ਨਿਗਾਹ ਪਈ, ਅਸੀਂ ਕਿਹਾ ਪਹਿਲਾਂ ਮਹਾਂਪੁਰਖਾਂ ਨੂੰ ਛਕਾ ਲਈਏ। ਤੇ ਬਾਬਾ ਆਨੰਦ ਸਿੰਘ ਜੀ ਨੇ ਪ੍ਰਸ਼ਾਦਾ ਥੋੜਾ ਜਿਹਾ ਛਕਿਆ, ਤੇ ਉਹ ਪੁੱਛਣ ਲੱਗ ਪਏ ਗੱਡਿਆਂ ਵਾਲੇ, ਕਹਿੰਦੇ ਜੀ ਇੰਨੇ ਸੰਘਣੇ ਜੰਗਲ 'ਚ ਬੋਹੜ ਦੀਆਂ ਜੜ੍ਹਾਂ ਦੇ ਵਿੱਚ ਲੁਕ ਕੇ ਬੈਠੇ ਹੋ, ਇੱਥੇ ਰੋਟੀ ਪਾਣੀ ਦਾ ਕੀ ਪ੍ਰਬੰਧ ਹੈ? ਬਾਬਾ ਆਨੰਦ ਸਿੰਘ ਜੀ ਹੱਸ ਪਏ, ਕਹਿੰਦੇ ਜਿਵੇਂ ਅੱਜ ਹੋ ਗਿਆ ਐਵੇਂ ਗਾਂ ਵੀ ਹੋ ਜੂ, ਜਿਵੇਂ ਅੱਜ ਹੋ ਗਿਆ ਹੈ ਗਾਂ ਵੀ ਹੋ ਜੂ, ਆਪਾਂ ਨੂੰ ਕੀ ਫਿਕਰ ਹੈ? ਜਿਹਦੀ ਕਾਰ ਕਰਦੇ ਆ ਉਹਨੂੰ ਸਾਡਾ ਫਿਕਰ ਹੈ, ਪੱਕਿਆ ਪਕਾਇਆ ਆਵੇਗਾ। ਤੇ ਬਾਬਾ ਆਨੰਦ ਸਿੰਘ ਜੀ ਦੀ ਬਰਛੀ ਤੇ ਦਰਸ਼ਨ ਕਰਿਓ, ਨਾਨਕਸਰ ਭਾਦੋਂ ਦੇ ਵਿੱਚ ਆਉਂਦੀ ਹੈ ਬਰਛੀ, 13 ਭਾਦੋਂ ਦੀ।
ਲੱਖਾਂ ਹੀ ਸੰਗਤਾਂ ਦਾ ਇਕੱਠ, ਪਰ ਪ੍ਰਸ਼ਾਦਾ ਉੱਥੇ ਪੱਕਦਾ ਨਹੀਂ, ਭੁੱਖਾ ਕੋਈ ਜਾਂਦਾ ਨਹੀਂ। ਗੁਰਮੁਖ ਪਿਆਰਿਓ, ਇਹ ਬਾਬਾ ਨੰਦ ਸਿੰਘ ਜੀ ਵਰਗੇ ਮਹਾਨ ਮਹਾਂਪੁਰਖਾਂ ਦੀਆਂ ਕਮਾਈਆਂ ਨੇ। ਤੇ ਸੰਗਤਾਂ ਦੂਰਾਂ ਦੂਰਾਂ ਤੋਂ ਟੋਕਰੇ ਭਰ ਭਰ ਕੇ ਲੈ ਕੇ ਆਉਂਦੀਆਂ ਨੇ, ਪ੍ਰਸ਼ਾਦੇ ਪਕਾ ਪਕਾ ਕੇ, ਕਈ ਕਿਸਮ ਦੇ ਪਦਾਰਥ। ਸਿਰਫ ਇੱਕ 5 ਪ੍ਰਸ਼ਾਦੇ ਉੱਥੇ ਪੱਕਦੇ ਨੇ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲੱਗਦਾ। ਪਹਿਲਾਂ ਭੋਗ ਲੱਗਦਾ ਹੁੰਦਾ ਸੀ ਆਈ ਸੰਗਤ ਦਾ, ਜੋ ਸੰਗਤ ਲੈ ਕੇ ਆਉਂਦੀ ਸੀ। ਕਿਸੇ ਸ਼ਾਹੂਕਾਰ ਨੇ ਕਿਸੇ ਗਰੀਬ ਦੇ ਕੋਲੋਂ 500 ਦਿੱਤਾ ਸੀ, ਜ਼ੀਰੋ ਪਾ ਕੇ 5000 ਬਣਾ ਲਿਆ। ਉਹ ਪ੍ਰਸ਼ਾਦਾ ਲੈ ਕੇ ਆ ਗਿਆ। ਜਦੋਂ ਬਾਬਾ ਨੰਦ ਸਿੰਘ ਜੀ ਭੋਗ ਲਵਾਉਣ ਲੱਗੇ ਨਾ, ਤੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਬੁਰਕੀ ਹੱਥ ਦੇ ਵਿੱਚ ਪਾਈ, ਫੇਰ ਰੱਖ ਕੇ ਤੇ ਅਲੋਪ ਹੋ ਗਏ। ਬਾਬਾ ਨੰਦ ਸਿੰਘ ਜੀ ਬਰਾਗ ਚ ਆ ਗਏ। ਮਹਾਰਾਜ ਰੋਜ਼ ਛਕਦੇ ਹੋ, ਅੱਜ ਅਲੋਪ ਹੋ ਗਏ। ਆਵਾਜ਼ ਆਈ, ਰਿਖੀ ਜੀ ਇਹ ਮਲਕ ਭਾਗੋ ਦਾ ਪ੍ਰਸ਼ਾਦਾ ਹੈ, ਇਹਦੀ ਹੱਕ ਦੀ ਕਮਾਈ ਨਹੀਂ ਹੈ, ਇਹਨੇ ਖੂਨ ਨਿਚੋੜਿਆ ਹੋਇਆ ਹੈ। 500 ਦਿੱਤਾ ਗਰੀਬ ਨੂੰ ਤੇ 5000 ਬਣਾ ਕੇ ਉਹਦਾ ਘਰ ਵੀ ਵਕਾਤਾ। ਉਹ ਪ੍ਰਸ਼ਾਦਾ ਲੈ ਕੇ ਆਇਆ ਹੈ। ਫਿਰ ਬਾਬਾ ਨੰਦ ਸਿੰਘ ਜੀ ਨੇ ਉਸ ਦਿਨ ਤੋਂ ਬਾਹਰਲਾ ਪ੍ਰਸ਼ਾਦਾ ਬੰਦ ਕਰ ਦਿੱਤਾ, ਵੀ ਉਹ ਸੰਗਤ ਵਿੱਚ ਵਰਤੇ, ਸਿੱਧਾ ਲੰਗਰ ਵਿੱਚ ਆਵੇ, ਸੰਗਤ 'ਚ ਵਰਤੇ। ਤੇ ਜਿਹੜਾ ਗੁਰੂ ਸਾਹਿਬ ਨੂੰ ਭੋਗ ਲੱਗਦਾ ਹੈ ਨਾ, ਦੇਖੋ ਕਿੰਨੀ ਪਿਆਰ ਵਾਲੀ ਗੱਲ ਮਹਾਂਪੁਰਖਾਂ ਦੀ। ਜਦੋਂ ਆਪਾਂ ਕਣਕ ਦੀ ਵਾਢੀ ਕਰਨੀ ਹੈ ਨਾ, ਉਦੋਂ ਨਾਨਕ ਸਰ ਦੇ ਕੁਝ ਸੰਗੀ ਐਸੇ ਨੇ, ਜੋ ਬਾਬਾ ਨੰਦ ਸਿੰਘ ਜੀ ਦੇ ਬਚਨ ਨੇ, ਪਿੰਡਾਂ ਦੀ ਸੰਗਤ ਜਾਂ ਡੇਰੇ ਦੇ ਸੇਵਕ ਸਥਾਨ ਦੇ ਜਿਹੜੇ ਸਿੱਟੇ ਆਪਣੀਆਂ ਖੇਤਾਂ ਦੇ ਵਿੱਚ ਰਹਿ ਜਾਂਦੇ ਨੇ, ਉਹ ਕਿਸੇ ਕੰਮ ਨਹੀਂ। ਨਾੜ ਨੂੰ ਆਪਾਂ ਲੂਹ ਦਿੰਨੇ, ਸਿੱਟੇ ਵੀ ਲੂਸ ਜਾਂਦੇ ਨੇ। ਉਹ ਫਿਰ ਜਿਹੜੇ ਸੇਵਕ ਨੇ, ਉਹ ਖੇਤਾਂ 'ਚੋਂ ਸਿੱਟੇ ਇਕੱਠੇ ਕਰਦੇ ਨੇ, ਉਹਨਾਂ ਨੂੰ ਕੁੱਟਦੇ ਨੇ, ਉਹਨਾਂ ਦੀ ਕਣਕ ਕੱਢਦੇ ਨੇ, ਉਹਨਾਂ ਨੂੰ ਧੋ ਬਣਾ ਕੇ ਫਿਰ ਉਹ ਰੱਖਦੇ ਨੇ। ਉਸ ਦਾਣਿਆਂ ਦਾ ਪ੍ਰਸ਼ਾਦਾ ਪੱਕਦਾ ਫਿਰ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲੱਗਦਾ, ਉਹ ਅਨਾਜ ਦਾ ਪ੍ਰਸ਼ਾਦਾ। ਬਾਬਾ ਜੀ ਕਹਿੰਦੇ ਨਾਲੇ ਸਾਂਝੀਆਂ ਖੇਤਾਂ ਦਾ ਸਾਰਿਆਂ ਦਾ ਹਿੱਸਾ ਪੈ ਜਾਂਦਾ ਹੈ, ਨਾਲੇ ਤੁਸੀਂ ਆਪਣੇ ਹੱਥੀਂ ਇਕੱਠੇ ਕਰੋਗੇ, ਬੰਦਗੀ ਨਾਮ ਸਿਮਰਨ ਕਰਦੇ ਕਰਦੇ ਫਿਰ ਉਹ ਪ੍ਰਸ਼ਾਦੇ ਦਾ ਭੋਗ ਗੁਰੂ ਸਾਹਿਬ ਨੂੰ ਲੱਗੇਗਾ। ਇਸ ਤਰੀਕੇ ਨਾਲ ਨਾਨਕਸਰ ਦੇ ਵਿੱਚ ਫਿਰ ਪ੍ਰਸ਼ਾਦੇ ਦਾ ਭੋਗ ਲੱਗਦਾ ਹੈ। ਤੇ ਗੁਰਮੁਖ ਪਿਆਰਿਓ, ਅੱਜ ਵੀ ਉਸੇ ਤਰ੍ਹਾਂ ਨਿਰੰਤਰ ਚੱਲ ਰਿਹਾ। ਤੇ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਨੇ, ਜਿਵੇਂ ਪਹਿਲਾਂ ਵੀ ਮਹਾਂਪੁਰਖ ਦੱਸ ਕੇ ਗਏ ਨੇ, ਆਪਾਂ ਅੱਜ ਸਵੇਰ ਦੇ ਬੈਠੇ ਆ ਨਾ, ਕੋਈ 1 ਘੰਟਾ, ਕੋਈ 2 ਘੰਟੇ, 10 ਮਿੰਟ, 20 ਮਿੰਟ, ਆਪਾਂ ਫਿਰ ਬਾਹਰ ਨੂੰ ਇੱਥੋਂ ਉੱਠ ਕੇ ਜਾਂਦੇ ਵੀ ਘੜੀ ਲੱਤਾਂ ਹੀ ਸਿੱਧੀਆਂ ਕਰ ਰਹੀਏ। ਤੇ ਬਾਬਾ ਹਰਨਾਮ ਸਿੰਘ ਜੀ ਨੇ ਊਨਾ ਸਾਹਿਬ ਦੇ ਕੋਲੇ ਪਹਿਲਾਂ 1 ਸਾਲ ਦਾ ਚੌਂਕੜਾ, ਫਿਰ 2 ਚੌਂਕੜੇ 2-2 ਸਾਲ ਦੇ ਲਾਏ। ਬਾਬਾ ਰਣਜੀਤ ਸਿੰਘ ਜੀ ਸੱਦਾ ਸਿੰਘ ਵਾਲੇ ਦੱਸ ਕੇ ਗਏ ਨੇ, ਸਾਲਾਂ ਬੱਧੀ ਚੌਂਕੜੇ ਮਾਰ ਮਾਰ ਕੇ ਤਪੱਸਿਆ ਕੀਤੀ ਹੈ। ਫਿਰ ਬੜੀ ਦੂਰ ਤੱਕ ਬਾਬਾ ਜੀ ਨੇ ਪੈਦਲ ਯਾਤਰਾ ਕੀਤੀ, ਹੇਮਕੁੰਡ ਸਾਹਿਬ ਤੱਕ। ਆਗਰੇ ਦੇ ਵਿੱਚ 6ਵੇਂ ਪਾਤਸ਼ਾਹ ਦਾ ਸਥਾਨ ਹੈ, ਉੱਥੇ ਵੀ ਗਏ। ਬੜੀ ਦੂਰ ਦੂਰ ਜਾ ਕੇ ਸੰਗਤਾਂ ਨੂੰ ਨਾਮ ਬੰਦਗੀ ਤੇ ਸਿਮਰਨ ਦੇ ਨਾਲ ਜੋੜਿਆ। ਗੁਰਮੁਖ ਪਿਆਰਿਓ, ਜੋ ਰਾਹ ਗੁਰੂ ਨਾਨਕ ਪਾਤਸ਼ਾਹ ਨੇ ਅਪਣਾਇਆ, ਘਰ ਘਰ ਜਾ ਕੇ ਦੁਨੀਆ ਦਾ ਭਲਾ ਕੀਤਾ। ਇੱਕ ਦਫਾ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਜਾ ਰਹੇ ਸੀ, ਤੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਮਹਾਰਾਜ ਭੁੱਖ ਨੇ ਜ਼ੋਰ ਪਾਇਆ। ਸਤਿਗੁਰੂ ਜੀ ਲੱਗੇ ਕਹਿਣ, ਮਰਦਾਨਿਆਂ, ਕੋਈ ਸ਼ਹਿਰ ਆਉਂਦਾ ਤੇ ਤੈਨੂੰ ਪ੍ਰਸ਼ਾਦਾ ਛਕਾਉਨੇ ਆ। ਤੇ ਮਰਦਾਨਾ ਕਈ ਵਾਰੀ ਕਹਿ ਦਿਆ ਕਰਦਾ, ਮਹਾਰਾਜ ਤੁਸੀਂ ਨਾਨਕ ਨਿਰੰਕਾਰੀ, ਤੁਹਾਡਾ ਬਾਲਾ ਪਾਉਣ ਹਾਰੀ, ਪਰ ਤੁਹਾਡੇ ਮਰਾਸ਼ੀ ਮਰਦਾਨੇ ਨੂੰ ਭੁੱਖ ਦੀ ਬਿਮਾਰੀ। ਕਈ ਵਾਰੀ ਲੜ ਵੀ ਪੈਂਦਾ, ਤੇ ਕਈ ਵਾਰੀ ਕਹਿ ਦਿੰਦਾ, ਬਾਬਾ ਇੱਥੇ ਟੁੱਟਦੀ ਹੈ ਤੇਰੀ ਤੇ ਮੇਰੀ ਯਾਰੀ।
ਮਰਦਾਨਾ ਬਾਰ-ਬਾਰ ਕਹਿੰਦਾ ਤੇ ਮਹਾਰਾਜ ਲੱਗੇ ਕਹਿਣਾ ਉਹ ਦੇਖ ਸਾਹਮਣੇ ਸ਼ਹਿਰ ਆ ਗਿਆ, ਚੱਲ ਤੈਨੂੰ ਉੱਥੇ ਪ੍ਰਸ਼ਾਦਾ ਛਕਾਉਨੇ ਆ। ਇਹ ਜਿਹੜਾ ਸ਼ਹਿਰ ਸੀ ਇਹ ਸਿਆਲਕੋਟ ਸ਼ਹਿਰ ਸੀ, ਭਗਤ ਪੂਰਨ ਦੇ ਪਿਤਾ ਰਾਜੇ ਸਲਵਾਨ ਦੀ ਰਾਜਧਾਨੀ। ਅੱਜ ਉਸ ਬਾਗ ਦੇ ਵਿੱਚ ਚਰਨ ਪਾਏ ਜਿਹੜਾ ਪੂਰਨ ਭਗਤ ਦਾ ਬਾਗ ਸੀ। 12 ਸਾਲਾਂ ਬਾਅਦ ਪੂਰਨ ਭਗਤ ਆਇਆ ਤੇ ਸੁੱਕਾ ਬਾਗ ਉਹਨੇ ਹਰਾ ਕੀਤਾ, ਫਿਰ ਬਾਗ ਇਹ ਸੁੱਕ ਗਿਆ। ਅੱਜ ਇਹ ਬਾਗ ਜਦੋਂ ਗੁਰੂ ਸਾਹਿਬ ਦੇ ਚਰਨ ਪਾਏ ਇਹ ਬਾਗ ਫਿਰ ਹਰਿਆ ਭਰਿਆ ਹੋ ਗਿਆ। ਇੱਥੇ ਭਾਈ ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਦੁਨੀਆ ਦੇ ਲੋਕ ਬੜੇ ਦੁਖੀ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤੇਤੇ ਲਿਹੋ ਉਬਾਰ। ਤੇ ਸਤਿਗੁਰੂ ਜੀ ਕਹਿਣ ਲੱਗੇ ਜਿਸ ਚੀਜ਼ ਦੇ ਨਾਲ ਇਹਨਾਂ ਨੇ ਸੁਖੀ ਹੋਣਾ ਉਹ ਕੋਈ ਮੰਗਦਾ ਹੀ ਨਹੀਂ। ਮਹਾਰਾਜ ਕਿਹੜੀ ਵਸਤੂ? ਕਹਿਣ ਲੱਗੇ ਮਰਦਾਨਿਆਂ ਕੋਈ ਰੱਬ ਦਾ ਨਾਂ ਨਹੀਂ ਮੰਗਦਾ, ਕੱਚੀਆਂ ਚੀਜ਼ਾਂ। ਮਰਦਾਨਾ ਕਹਿਣ ਲੱਗਾ ਜੀ ਇੱਕ ਮੌਕਾ ਮੈਨੂੰ ਦਿਓ। ਮਰਦਾਨੇ ਨੇ ਕਾਗਜ਼ ਤੇ ਕਲਮ ਲੈ ਲਿਆ ਤੇ ਸਿਆਲਕੋਟ ਸ਼ਹਿਰ 'ਚ ਚਲਿਆ ਗਿਆ। ਆਵਾਜ਼ ਦਿੱਤੀ ਹੈ ਦੁਨੀਆ ਦੇ ਲੋਕੋ, ਨਾਨਕ ਨਿਰੰਕਾਰੀ ਰੱਬੀ ਸਰੂਪ ਅਵਤਾਰ, ਤੁਹਾਡੇ ਚੰਗੇ ਭਾਗ ਨੇ, ਗੁਰੂ ਨਾਨਕ ਆਇਆ ਹੈ, ਜੋ ਮੰਗਣਾ ਮੰਗ ਲਓ ਤੁਹਾਨੂੰ ਮਿਲ ਜਾਏਗਾ। ਹੁਣ ਫਰੀ 'ਚ ਸੌਦਾ ਮਿਲੇ ਕੋਈ ਪਿੱਛੇ ਥੋੜੀ ਰਹਿੰਦਾ। ਇੱਥੇ ਦੁਕਾਨਾਂ ਲਾਈਆਂ ਨੇ, ਕੋਈ ਆਵਾਜ਼ ਦੇ ਦੇਵੇ ਵੀ ਸੌਦਾ ਫਰੀ ਹੈ, ਦੁਕਾਨ ਵਾਲਾ ਹੀ ਦਿਖੂਗਾ, ਚੀਜ਼ ਨਹੀਂ ਲੱਭੂਗੀ ਵੀ ਕਿੱਧਰ ਗਈ ਹੈ। ਇਸੇ ਤਰ੍ਹਾਂ ਜਦੋਂ ਹੋਕਾ ਦਿੱਤਾ ਤੇ ਲੋਕਾਂ ਦੀ ਲੱਗੀ ਭੀੜ, ਕਹਿੰਦੇ ਵੀ ਨਾਂ ਲਿਖਾਓ। ਨਾਂ ਲਿਖਾਈ ਜਾਂਦੇ ਨੇ। ਮੰਗ ਕੀ ਹੈ? ਦੁੱਧ ਚਾਹੀਦਾ। ਦੂਜਾ ਆ ਗਿਆ ਜੀ ਬੱਚਾ ਨਹੀਂ ਹੈ, ਪੁੱਤ ਚਾਹੀਦਾ। ਤੀਜਾ ਆਇਆ ਮਾਇਆ ਨਹੀਂ, ਮਾਇਆ ਚਾਹੀਦੀ ਹੈ, ਜ਼ਮੀਨ ਚਾਹੀਦੀ ਹੈ। ਏਡੀ ਵੱਡੀ ਲਿਸਟ ਤਿਆਰ ਹੋ ਗਈ, ਜਿੱਡਾ ਵੱਡਾ ਆਪਣੇ ਮੀਟਰਾਂ ਦਾ ਬਿੱਲ ਆਉਂਦਾ ਹੈ, ਘਰਾਂ ਦਾ ਆਉਂਦੇ ਨਾ ਲੰਮੇ ਲੰਮੇ ਬਿੱਲ, ਏਡੀ ਵੱਡੀ ਲਿਸਟ ਤਿਆਰ ਹੋ ਗਈ। ਲਿਆ ਕੇ ਲਿਸਟ ਰੱਖ ਦਿੱਤੀ ਸਤਿਗੁਰਾਂ ਦੇ ਚਰਨਾਂ 'ਚ। ਮਹਾਰਾਜ ਲੱਗੇ ਕਹਿਣ ਮਰਦਾਨਿਆਂ ਬੜਾ ਲੰਮਾ ਪੇਪਰ ਲੈ ਆਂਦਾ ਹੈ। ਹਾਂ ਮਹਾਰਾਜ ਲਿਸਟ ਹੀ ਏਡੀ ਲੰਮੀ ਬਣ ਗਈ ਹੈ। ਕਹਿੰਦੇ ਐਂ ਦੱਸ ਕਿਸੇ ਨੇ ਰੱਬ ਦਾ ਨਾਮ ਮੰਗਿਆ ਕਿ ਕੱਚੀਆਂ ਚੀਜ਼ਾਂ? ਕਹਿਣ ਲੱਗਾ ਜੀ ਨਾਮ ਵਾਲਾ ਤੇ ਇੱਕ ਵੀ ਵਪਾਰੀ ਨਹੀਂ, ਕੱਚੀਆਂ ਮੰਗਾਂ ਮੰਗਣ ਵਾਲੇ ਨੇ। ਜ਼ਮੀਨਾਂ ਜਾਇਦਾਦਾਂ ਰਾਜ ਭਾਗ ਧਨ ਪਦਾਰਥ। ਕਹਿਣ ਲੱਗੇ ਚੰਗਾ ਮਰਦਾਨਿਆਂ ਮਿਲ ਜੇਗਾ ਸਾਰਿਆਂ ਨੂੰ ਜੋ ਜੋ ਮੰਗਿਆ, ਪਰ ਜੇ ਕੋਈ ਅੱਜ ਸਾਡੇ ਕੋਲੋਂ ਰੱਬ ਦਾ ਨਾਮ ਮੰਗਦਾ ਅਸੀਂ ਉਹ ਵੀ ਦੇ ਦਿੰਦੇ, ਪਰ ਮਾੜੇ ਕਰਮ ਮੰਗਿਆ ਨਹੀਂ। ਮਰਦਾਨਾ ਕਹਿਣ ਲੱਗਾ ਮਹਾਰਾਜ ਤੇ ਲੰਮੇ ਚੱਕਰਾਂ 'ਚ ਪੈ ਗਿਆ ਮੈਂ ਆਪ ਹੀ, ਲੱਗੀ ਮੈਨੂੰ ਭੁੱਖ ਹੈ। ਕਹਿੰਦੇ ਮਰਦਾਨਿਆਂ ਥੋੜਾ ਹੋਰ ਠਹਿਰ ਜਾ, ਹੁਣ ਤੇਰੇ ਪ੍ਰਸ਼ਾਦੇ ਦਾ ਪ੍ਰਬੰਧ ਕਰਦੇ ਆਂ। ਜੇਬ 'ਚੋਂ ਕੱਢੇ 2 ਪੈਸੇ। ਮਰਦਾਨਿਆਂ 2 ਪੈਸੇ ਲੈ ਜਾ, ਆ ਸ਼ਹਿਰ ਵਿੱਚ ਜਾ, 1 ਪੈਸੇ ਦਾ ਸੱਚ ਲੈ ਕੇ ਆ ਤੇ 1 ਪੈਸੇ ਦਾ ਝੂਠ ਲੈ ਕੇ ਆ। ਮਰਦਾਨੇ ਨੇ ਪੈਸੇ ਤੇ ਚੱਕ ਲਏ, ਨਾਲ ਕਹਿਣ ਲੱਗਾ ਬਾਬਾ ਜੀ ਕਾਹਨੂੰ ਟਿਚਰਾਂ ਕਰਾਉਣੀਆਂ ਲੋਕਾਂ ਕੋਲੋਂ, ਸੱਚ ਝੂਠ ਕਿਤੇ ਦੁਕਾਨ ਤੋਂ ਥੋੜੋ ਮਿਲਦਾ। ਮਹਾਰਾਜ ਲੱਗੇ ਕਹਿਣ ਮਰਦਾਨਿਆਂ ਜਿੰਨੀ ਛੇਤੀ ਜਾਏਗਾ ਉਨੀ ਛੇਤੀ ਪ੍ਰਸ਼ਾਦੇ ਦਾ ਪ੍ਰਬੰਧ ਹੋਏਗਾ, ਜਾ। ਇਹਨੇ ਲਏ 2 ਪੈਸੇ, ਤੁਰ ਪਿਆ ਸ਼ਹਿਰ ਵੱਲ ਨੂੰ, ਬਾਜ਼ਾਰ 'ਚ ਚਲਿਆ ਗਿਆ। ਸਬਜੀ ਭਾਜੀ ਵਾਲੀ ਦੁਕਾਨ ਤੇ ਪਹੁੰਚਾ, ਉਹਨੂੰ 2 ਪੈਸੇ ਦਿੱਤੇ, ਭਾਈ 1 ਪੈਸੇ ਦਾ ਸੱਚ ਤੇ 1 ਪੈਸੇ ਦਾ ਝੂਠ ਦੇ। ਉਹ ਕਹਿਣ ਲੱਗਾ ਬਾਬਾ ਲੱਗਦਾ ਤੂੰ ਕਿਸੇ ਹੋਰ ਦੁਨੀਆ 'ਚੋਂ ਆਇਆ ਹੈ, ਕੱਦੂ ਲੈ ਜਾ, ਤਰਾਂ ਲੈ ਜਾ, ਬਤਾਊ ਲੈ ਜਾ, ਮਿਰਚਾਂ ਲੈ ਜਾ, ਜੋ ਚਾਹੀਦਾ ਲੈ ਜਾ, ਪਰ ਜਿਹੜੀ ਚੀਜ਼ ਤੂੰ ਮੰਗਦਾ ਮੇਰੇ ਕੋਲ ਨਹੀਂ। ਆ ਲੈ ਫੜ 2 ਪੈਸੇ, ਕਾਹਨੂੰ ਚੱਕਰਾਂ 'ਚ ਪਾਉਣਾ, ਮੇਰੇ ਕੰਮ ਦਾ ਟਾਈਮ ਹੈ, ਜਾ ਅੱਗੇ ਚਲਿਆ ਜਾ। ਅੱਗੇ ਚਲ ਗਿਆ ਕੱਪੜੇ ਵਾਲੇ ਕੋਲ, ਉਹਨੂੰ ਦਿੱਤੇ। ਉਹ ਕਹਿੰਦਾ ਭਾਈ ਟੈਰੀ ਕਾਟ ਲੈ ਜਾ, ਪਾਪਲੀਨ ਲੈ ਜਾ, ਖੱਦਰ ਲੈ ਜਾ, ਜਿਹੜਾ ਚਾਹੀਦਾ ਲੈ ਜਾ, ਪਰ ਜਿਹੜੀ ਤੂੰ ਚੀਜ਼ ਮੰਗਦਾ ਮੇਰੇ ਕੋਲ ਨਹੀਂ। ਭਾਈ ਮਰਦਾਨਾ ਹੁਣ ਸੋਨੇ ਵਾਲੇ ਦੇ ਕੋਲ ਸੁਨਿਆਰੇ ਕੋਲ ਚਲਿਆ ਗਿਆ। ਉਹ ਕਹਿੰਦਾ ਭਾਈ ਕਾਹਨੂੰ 2 ਪੈਸਿਆਂ ਪਿੱਛੇ ਮੇਰਾ ਵਕਤ ਖਰਾਬ ਕਰਦਾ ਹੈ,
ਇਹ ਸੋਨੇ ਦੀ ਦੁਕਾਨ ਹੈ, ਕੋਈ ਸੱਚ ਝੂਠ ਦੀ ਦੁਕਾਨ ਨਹੀਂ ਹੈ। ਮਰਦਾਨਾ ਸਾਰਾ ਸ਼ਹਿਰ ਫਿਰ ਕੇ ਆ ਗਿਆ। ਮਹਾਰਾਜ ਗੱਲ ਉਹੀ ਹੋਈ ਜਿਹੜੀ ਮੈਂ ਕਹਿ ਕੇ ਤੁਰਿਆ ਸੀ ਵੀ ਇਹ ਜਿਹੜੀ ਵਸਤੂ ਹੈ ਦੁਕਾਨਾਂ ਤੋਂ ਨਹੀਂ ਮਿਲਦੀ, ਇਹ ਤਾਂ ਮੂੰਹ ਦੇ ਕੀਤੇ ਹੋਏ ਬੋਲ ਨੇ, ਸੱਚ ਤੇ ਝੂਠ। ਕਹਿੰਦੇ ਮਰਦਾਨਿਆਂ ਮਿਲੇਗੀ, ਇਸੇ ਸ਼ਹਿਰ ਵਿੱਚੋਂ ਮਿਲੇਗੀ। ਇੰਜ ਕਰ, ਇੱਥੇ ਇੱਕ ਦੁਕਾਨ ਹੈ ਮੂਲੇ ਖੱਤਰੀ ਦੀ, ਹੁਣ 2 ਪੈਸੇ ਲੈ ਕੇ ਉਹਦੇ ਕੋਲ ਜਾ। ਮਰਦਾਨੇ ਨੇ ਦੋਵੇਂ ਪੈਸੇ ਫੇਰ ਲਏ, ਭੁੱਖ ਦਾ ਮਾਰਿਆ ਫੇਰ ਤੁਰ ਪਿਆ। ਹੁਣ ਲੱਗੀ ਹੋਵੇ ਭੁੱਖ, ਉੱਥੇ ਕੰਮ ਥੋੜੀ ਸੁੱਝਦਾ, ਉੱਥੇ ਤੇ ਚੋਪੜੀਆਂ ਰੋਟੀਆਂ ਦਿਖਾਈ ਦਿੰਦੀਆਂ, ਕਿਹੜੇ ਵੇਲੇ ਮਿਲਣ ਤੇ ਛਕੀਏ। ਪਰ ਹੁਣ ਬਾਬੇ ਦਾ ਬਚਨ ਸੀ, ਮੰਨਣਾ ਪੈਣਾ ਸੀ। ਚੱਲ ਪਿਆ ਮਰਦਾਨਾ, ਪੁੱਛਦਾ ਪੁੱਛਦਾ ਦੁਕਾਨ ਨੂੰ ਪਹੁੰਚ ਗਿਆ। ਜਾ ਕੇ ਰੱਖ ਦਿੱਤੇ 2 ਪੈਸੇ। ਕਹਿਣ ਲੱਗੇ ਭਾਈ ਮੂਲਾ ਖੱਤਰੀ ਤੇਰਾ ਨਾਂ ਹੀ ਹੈ? ਹਾਂ ਭਾਈ। ਤੂੰ ਕੌਣ ਹੈ? ਭਾਈ ਤੁਹਾਡੇ ਚੰਗੇ ਕਰਮ ਨੇ, ਗੁਰੂ ਨਾਨਕ ਪਾਤਸ਼ਾਹ ਤੁਹਾਡੇ ਸ਼ਹਿਰ ਵਿੱਚ ਆਏ ਨੇ, ਉਹਨਾਂ ਦਾ ਮੈਂ ਰਵਾਬੀਆ ਸਿੱਖਾਂ, ਕੀਰਤਨ ਕਰਦਾ ਨਾਲ। ਉਹਨਾਂ ਦਾ ਹੁਕਮ ਹੈ 2 ਪੈਸੇ ਦਿੱਤੇ ਨੇ, 1 ਪੈਸੇ ਦਾ ਸੱਚ ਦੇ ਤੇ 1 ਪੈਸੇ ਦਾ ਝੂਠ ਦੇ। ਉਹਨੇ ਚੱਕੇ ਪੈਸੇ ਤੇ ਗੱਲੇ 'ਚ ਸੁੱਟ ਲਏ। ਇੱਕ ਚੱਕਿਆ ਕਾਗਜ਼, ਨਾਲ ਲਈ ਕਲਮ, ਇੱਕ ਪਾਸੇ ਕਾਗਜ਼ ਦੇ ਲਿਖ ਦਿੱਤਾ ਮਰਨਾ ਸੱਚ, ਦੂਜੇ ਪਾਸੇ ਲਿਖ ਦਿੱਤਾ ਜਿਉਣਾ ਝੂਠ। ਕਹਿੰਦੇ ਆ ਲੈ ਵੀ ਤੇਰਾ ਸੌਦਾ ਤੈਨੂੰ ਮਿਲ ਗਿਆ, ਜਾ ਹੁਣ। ਮਰਨਾ ਸੱਚ, ਜਿਉਣਾ ਝੂਠ। ਭਾਈ ਮਰਦਾਨਾ ਤੁਰਿਆ ਤੇ ਗੁਰਮੁਖ ਪਿਆਰਿਓ, ਇਸ ਸਿੱਖ ਨੇ ਨਾ, ਮੂਲੇ ਖੱਤਰੀ ਨੇ ਪ੍ਰਸ਼ਾਦ ਦੇ ਟੋਕਰੇ ਲੈ ਲਏ, ਨਾਲ ਹੀ ਇਹ ਵੀ ਪਿੱਛੇ ਪਿੱਛੇ ਚੱਲ ਪਿਆ। ਹੁਣ ਪਹੁੰਚ ਗਏ ਜਿੱਥੇ ਉਸ ਬਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਬੈਠੇ ਸੀ। ਭਾਈ ਮਰਦਾਨਾ ਜੀ ਨੇ ਕਾਗਜ਼ ਅੱਗੇ ਰੱਖ ਦਿੱਤਾ। ਇੰਨੇ ਚਿਰ ਨੂੰ ਮੂਲੇ ਨੇ ਵੀ ਆਣ ਕੇ ਪ੍ਰਸ਼ਾਦ ਰੱਖ ਦਿੱਤਾ, ਮੱਥਾ ਟੇਕ ਦਿੱਤਾ। ਕਹਿਣ ਲੱਗੇ ਜੀ ਮੂਲੇ ਖੱਤਰੀ ਦੇ ਕੋਲੋਂ ਜੋ ਵਸਤੂ ਤੁਸੀਂ ਮੰਗਦੇ ਸੀ ਉਹ ਮਿਲ ਗਈ ਹੈ। ਕਹਿੰਦੇ ਮਰਦਾਨਿਆਂ ਕੀ ਲਿਖਿਆ ਹੈ? ਕਹਿਣ ਲੱਗੇ ਜੀ ਲਿਖਿਆ ਮਰਨਾ ਸੱਚ, ਜਿਉਣਾ ਝੂਠ। ਮੂਲਾ ਖੱਤਰੀ ਵੀ ਬੈਠਾ ਹੈ। ਮਹਾਰਾਜ ਨੇ ਇਸ਼ਾਰਾ ਕੀਤਾ, ਕਹਿਣ ਲੱਗੇ ਮੂਲਿਆ, ਲੋਕਾਂ ਦੇ ਦੇਖਾ ਦੇਖੀ ਕਹਿ ਦਿੱਤਾ ਕਿ ਇਹ ਚੀਜ਼ ਆਪਣੇ ਜੀਵਨ ਵਿੱਚ ਵੀ ਢਾਲੀ ਹੈ। ਜਦੋਂ ਇਹ ਗੱਲ ਪੁੱਛੀ ਤੇ ਹੱਥ ਜੋੜ ਦਿੱਤੇ, ਮਹਾਰਾਜ ਤੁਹਾਡੀ ਕਿਰਪਾ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ ਮੂਲਿਆ, ਤੇਰੀ ਪਰਖ ਕਰਕੇ ਦੇਖਾਂਗੇ। ਦੇਖਾ ਦੇਖੀ ਕਿਹਾ ਹੈ ਕਿ ਲੋਕਾਂ ਦੇ ਕੰਨੀ ਸੁਣਾ ਸੁਣਾਈ ਗੱਲ ਕਰ ਦਿੱਤੀ ਹੈ, ਮਰਨਾ ਸੱਚ ਤੇ ਜਿਉਣਾ ਝੂਠ। ਕਹਿਣ ਲੱਗਾ ਜੀ ਜੀਵਨ 'ਚ ਢਾਲਿਆ ਹੋਇਆ ਹੈ। ਭਾਈ ਮਰਦਾਨਾ ਜੀ ਨੂੰ ਪ੍ਰਸ਼ਾਦ ਛਕਾਇਆ। ਸਤਿਗੁਰਾਂ ਨੇ ਥੋੜਾ ਜਿਹਾ ਪ੍ਰਸ਼ਾਦ ਆਪਣੇ ਮੁਖ 'ਚ ਪਾਇਆ ਤੇ ਮੂਲਾ ਖੱਤਰੀ ਬੇਨਤੀਆਂ ਕਰਦਾ, ਮਹਾਰਾਜ ਮੇਰੇ ਘਰੇ ਚਰਨ ਪਾਓ। ਸਤਿਗੁਰੂ ਜੀ ਕਹਿਣ ਲੱਗੇ ਕੋਈ ਨਹੀਂ, ਕੋਈ ਸਮਾਂ ਆਇਆ ਅਸੀਂ ਤੇਰੇ ਕੋਲ ਵੀ ਆਵਾਂਗੇ। ਇੱਥੋਂ ਚਲੇ ਗਏ। ਬੜਾ ਲੰਮਾ ਸਮਾਂ ਲਾਂਭੇ, ਦੁਨੀਆ ਨੂੰ ਤਾਰਦੇ ਬੜੇ ਲੰਮੇ ਸਾਲਾਂ ਬਾਅਦ ਫਿਰ ਸਿਆਲਕੋਟ ਵਿੱਚ ਆਏ। ਇਹ ਜਿਹੜੀ ਰੁੱਤ ਸੀ ਨਾ, ਜਦੋਂ ਦੂਜੀ ਵਾਰੀ ਆਏ, ਇਹ ਗਰਮੀ ਦੀ ਰੁੱਤ ਸੀ। ਜੇਠ ਹਾੜ ਦੇ ਮਹੀਨੇ ਦੀਆਂ ਕੜਾਕੇ ਦੀਆਂ ਧੁੱਪਾਂ। ਜਦੋਂ ਆਏ ਦੁਪਹਿਰ ਦਾ ਵੇਲਾ ਸੀ। ਮਰਦਾਨਾ ਲੱਗਾ ਕਹਿਣ, ਮਹਾਰਾਜ ਐਂ ਲੱਗਦਾ ਆਪਾਂ ਪਹਿਲਾਂ ਵੀ ਕਦੀ ਇਸ ਸ਼ਹਿਰ 'ਚ ਆਏ ਸੀ। ਹਾਂ ਮਰਦਾਨਿਆਂ, ਇੱਥੇ ਆਪਣਾ ਸਿੱਖ ਰਹਿੰਦਾ ਮੂਲਾ ਖੱਤਰੀ। ਮਰਦਾਨਾ ਹੋ ਗਿਆ ਖੁਸ਼। ਕਹਿੰਦਾ ਅੱਗੇ ਬੜੇ ਸੋਹਣੇ ਮਹਾਰਾਜ ਪਦਾਰਥ ਛਕਾਏ, ਅੱਜ ਵੀ ਭੁੱਖ ਲੱਗੀ ਆ, ਉਹਦੇ ਘਰੇ ਜਾ ਕੇ ਜਲ ਪਾਣੀ ਛਕਾਂਗੇ। ਚੱਲ ਮਰਦਾਨਿਆਂ ਮੂਲੇ ਦੇ ਘਰੇ ਚਲੀਏ। ਪੁੱਛਦੇ ਪੁੱਛਦੇ ਪਹੁੰਚ ਗਏ। ਦੁਪਹਿਰ ਦਾ ਵੇਲਾ, ਕੜਾਕੇ ਦੀ ਗਰਮੀ ਪੈ ਰਹੀ, ਧੁੱਪ ਪੈ ਰਹੀ ਹੈ। ਜਾ ਕੇ ਦਰਵਾਜ਼ੇ ਅੱਗੇ ਖੜ ਗਏ। ਮਰਦਾਨੇ ਨੂੰ ਇਸ਼ਾਰਾ ਕੀਤਾ, ਕਹਿਣ ਲੱਗੇ ਵੀ ਦਰਵਾਜ਼ਾ ਇਹਦਾ ਖੜਕਾ। ਭਾਈ ਮਰਦਾਨੇ ਨੇ ਬੂਹੇ ਨੂੰ ਖੜਕਾਇਆ। ਉਹਨਾਂ ਜ਼ਮਾਨਿਆਂ ਦੇ ਵਿੱਚ ਅੱਜ ਦੀ ਤਰ੍ਹਾਂ ਲੋਹੇ ਦੇ ਗੇਟ ਨਹੀਂ ਸੀ ਹੁੰਦੇ।
ਫੱਟਿਆਂ ਦੇ ਹੀ ਦਰਵਾਜ਼ੇ ਹੁੰਦੇ ਸੀ, ਆਰ ਪਾਰ ਉਹਨਾਂ ਝੀਥਾਂ ਥਾਣੀ ਦਿਖਦਾ ਹੀ ਹੁੰਦਾ ਸੀ। ਕੁੰਡਾ ਖੜਕਾਇਆ, ਮੂਲੇ ਦੀ ਮਾਤਾ ਤੇ ਘਰ ਵਾਲੀ ਨੇ ਬੂਹਾ ਖੋਲਿਆ। ਦੁਪਹਿਰ ਦਾ ਵੇਲਾ, ਕੜਾਕੇ ਦੀ ਗਰਮੀ। ਆਓ ਬਾਬਾ ਜੀ ਕਿਵੇਂ ਆਏ ਹੋ, ਕੀ ਗੱਲ ਹੈ? ਮਰਦਾਨਾ ਲੱਗਾ ਕਹਿਣ, ਮਾਤਾ ਜੀ ਤੁਹਾਡੇ ਬੜੇ ਚੰਗੇ ਕਰਮ ਨੇ, ਭਾਗ ਨੇ, ਅੱਜ ਤੁਹਾਡੇ ਘਰ ਗੁਰੂ ਨਾਨਕ ਆਇਆ ਹੈ। ਕਹਿੰਦੀ ਮਿਲਣਾ ਕਿਹਨੂੰ ਹੈ? ਮਰਦਾਨਾ ਕਹਿੰਦਾ ਮੂਲੇ ਨੂੰ ਮਿਲਣਾ ਹੈ। ਹੁਣ ਇਹਨਾਂ ਦੋਵਾਂ ਬੀਬੀਆਂ ਨੇ ਸੋਚਿਆ, ਤਿੰਨ ਸਾਧ ਨੇ, ਜੇ ਘਰੇ ਲੈ ਆਂਦਾ ਇਹਨਾਂ ਨੂੰ ਕੜਾਕੇ ਦੀ ਗਰਮੀ ਹੈ, ਪ੍ਰਸ਼ਾਦਾ ਤਿਆਰ ਕਰਕੇ ਛਕਾਉਣਾ ਪਊ, ਅਸੀਂ ਤੇ ਸਾਰੀ ਦੁਪਹਿਰ ਗਰਮੀ ਦੇ ਵਿੱਚ ਹੀ ਭੁੱਜ ਜਾਵਾਂਗੀਆਂ। ਕਰਮ ਮਾੜੇ, ਝੂਠ ਬੋਲ ਦਿੱਤਾ। ਤੁਸੀਂ ਫੇਰ ਆ ਜਿਓ, ਮੂਲਾ ਘਰ ਨਹੀਂ ਹੈ। ਦੇਖੋ ਜਿਹਦੇ ਦਰਸ਼ਨਾਂ ਨੂੰ ਅੱਜ ਦੁਨੀਆ ਤਰਸਦੀ ਹੈ ਨਾ, ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਨੂੰ, ਉਹਨੂੰ ਅੱਜ ਦਰਵਾਜ਼ਾ ਬੰਦ ਕਰ ਦਿੱਤਾ। ਆਪਣਾ ਕੀ ਖਿਆਲ ਹੈ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਸਾਰੇ ਲੋਕ ਚੰਗੇ ਹੀ ਸੀ? ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਬਾਣੀ ਦੇ ਵਿੱਚ ਲਿਖਿਆ, ਕੋਈ ਆਖੇ ਭੂਤ ਨਾ। ਗੁਰੂ ਨਾਨਕ ਪਾਤਸ਼ਾਹ ਨੂੰ ਕੀ ਕੀ ਕਹਿੰਦੇ ਸੀ ਉਦੋਂ ਦੇ ਲੋਕ? ਕੋਈ ਕਹਿੰਦਾ ਸੀ ਇਹ ਭੂਤ ਨਾ ਹੈ, ਇਹ ਮੜੀਆਂ 'ਚ ਹੀ ਬੈਠਾ ਰਹਿੰਦਾ ਹੈ। ਕੋਈ ਆਖੇ ਭੂਤ ਨਾ, ਕੋਈ ਕਹੇ ਬਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕਹਿੰਦੇ ਵਿਚਾਰਾ ਨਾਨਕ ਹੈ, ਪਤਾ ਨਹੀਂ ਕੀ ਹੋ ਗਿਆ, ਇਹਨੂੰ ਚੌਂਕੜਾ ਮਾਰ ਕੇ ਬੈਠਾ ਰਹਿੰਦਾ ਸਾਰੀ ਦਿਹਾੜੀ, ਇਹਨੂੰ ਕੋਈ ਸੁੱਧ ਬੁੱਧ ਤੇ ਰਹਿੰਦੀ ਨਹੀਂ, ਖਰਿਆ ਕੰਮ ਕਾਰਨ ਤੋਂ ਡਰਦਾ ਹੀ ਬੈਠਾ ਰਹਿੰਦਾ। ਇਹੋ ਜਿਹੀਆਂ ਗੱਲਾਂ ਉਸ ਸਮੇਂ ਦੇ ਵਿੱਚ ਕਰਦੇ ਸੀ, ਜਿਹਦੇ ਦਰਸ਼ਨਾਂ ਨੂੰ ਅੱਜ ਦੁਨੀਆ ਲੋਚਦੀ ਹੈ। ਇਹ ਉਹ ਜ਼ਮਾਨੇ ਦੀ ਗੱਲ ਹੈ। ਗੁਰੂ ਨਾਨਕ ਦਰਵਾਜ਼ੇ ਤੇ ਖੜਾ ਹੈ ਤੇ ਬੀਬੀਆਂ ਝੂਠ ਬੋਲ ਗਈਆਂ। ਮਹਾਰਾਜ ਮੂਲਾ ਘਰ ਨਹੀਂ ਹੈ, ਦਰਵਾਜ਼ਾ ਬੰਦ ਕਰ ਦਿੱਤਾ। ਛੇਤੀ ਦਾਣੀ ਗਈਆਂ ਅੰਦਰ ਵੀ ਸੰਤਾਂ ਦਾ ਪਤਾ ਨਹੀਂ ਹੈ, ਕਿਤੇ ਗਾਂ ਹੀ ਨਾ ਲੰਘ ਆਉਣ, ਆਪਾਂ ਨੂੰ ਰੋਟੀ ਖਵਾਉਣੀ ਪੈਣੀ ਹੈ, ਮੂਲੇ ਨੂੰ ਲੁਕੋ ਦਿਓ। ਜਾ ਕੇ ਕਹਿਣ ਲੱਗੀ ਉਹਦੀ ਮਾਤਾ, ਵੇ ਮੂਲਿਆ ਛੇਤੀ ਉੱਠ, ਜਾ ਜਾ ਕੇ ਕਿਤੇ ਲੁਕ ਜਾ। ਬਾਹਰ ਆਏ ਨੇ ਤਿੰਨ ਸੰਤ, ਜੇ ਘਰੇ ਆ ਕੇ ਸਾਨੂੰ ਵਕਤ ਪੈ ਜਾਣਾ, ਜਾ ਜਾ ਕੇ ਲੁਕ। ਉਹ ਛੇਤੀ ਦਾਣੀ ਉੱਠਿਆ, ਬੜਵਾਇਆ, ਉਹ ਗੋਹਿਆਂ ਦਾ ਢੇਰ ਲੱਗਾ ਸੀ ਪਾਥੀਆਂ ਦਾ, ਉਹਨਾਂ ਦੇ ਪਿੱਛੇ ਲੁਕ ਕੇ ਬਹਿ ਗਿਆ। ਇਹ ਉਹ ਮੂਲਾ ਹੈ ਜਿਹਨੇ ਲਿਖ ਕੇ ਦਿੱਤਾ ਸੀ, ਮਰਨਾ ਸੱਚ, ਜਿਉਣਾ ਝੂਠ। ਅੱਜ ਕਸਵੱਟੀ ਮਾੜੀ ਜੀ ਲਾਈ ਤੇ ਫੇਲ ਹੋ ਗਿਆ। ਲਾਲਾ ਲਾ ਕਸਵੱਟੀਆਂ ਪਰਖਦਾ ਏ, ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ। ਕਦੇ ਦੇਗਾਂ ਦੇ ਵਿੱਚ ਹੈ ਕਾੜ ਦਿੰਦਾ, ਕਦੇ ਫੇਰਦਾ ਸਿਰਾਂ ਤੇ ਆਰਿਆਂ ਨੂੰ। ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਇੱਕ ਪਾਸ ਹੋਇਆ ਸੀ, ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਜੀ ਮਹਾਰਾਜ, ਤੇ 10ਵੇਂ ਪਾਤਸ਼ਾਹ ਦੇ ਵੇਲੇ 5 ਹੀ ਨਿਤਰੇ ਸੀ। ਕਸਵੱਟੀ ਲੱਗੀ, ਗਿਣਤੀ 80,000 ਦੀ ਸੀ, ਪਰ ਕਹਿੰਦੇ ਜੋਸ਼ ਕਊਏ ਥੇ ਕੁਣਕੇ ਕੇ। ਜਦੋਂ 10ਵੇਂ ਪਾਤਸ਼ਾਹ ਨੇ ਸਿਰ ਮੰਗਿਆ ਨਾ, ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਕਹਿੰਦੇ ਜੋਸ਼ ਕਊਏ ਥੇ ਕੁਣਕੇ ਕੇ। ਜਿਹੜੇ ਉੱਥੇ ਵਾਵਾ ਰੋਟੀਆਂ ਖਾ ਖਾ ਕੇ ਮੋਟੇ ਭਾਰੇ ਹੋਏ ਸੀ ਨਾ, ਲੰਗਰਾਂ ਦੀ ਖੀਰ ਖਾ ਖਾ ਕੇ, ਜਦੋਂ ਮੰਗਿਆ ਸਿਰ, ਉਹ ਉੱਠ ਦੌੜੇ। ਇੱਕ ਦੌੜਿਆ ਜਾਂਦਾ ਕਹਿੰਦਾ ਵੀ ਆਪਾਂ ਜੁੱਤੀ ਤੇ ਲੈ ਚੱਲੀਏ, ਉਹ ਦੂਜਾ ਕਹਿੰਦਾ ਛੇਤੀ ਆ ਜਾ, ਤੈਨੂੰ ਜੁੱਤੀ ਦੀ ਪਈ ਹੈ, ਕਿਤੇ 10ਵੇਂ ਪਾਤਸ਼ਾਹ ਫੜ ਕੇ ਵੱਢ ਨਾ ਦੇਣ, ਜੁੱਤੀ ਫੇਰ ਲੈ ਜਾਾਂਗੇ। ਗਿਆਨੀ ਗਿਆਨ ਸਿੰਘ ਜੀ ਲਿਖਦੇ, ਜੋਸ਼ ਕਊਏ ਥੇ ਕੁਣਕੇ ਕੇ, ਸੋ ਭਾਗ ਗਏ ਇੱਕ ਠੁਣਕੇ ਸੇ। ਕਹਿੰਦੇ ਜਿਹੜੇ ਛਕਣ ਛਕਾਉਣ ਵਾਲੇ ਸੀ, ਉਹ ਅਜੇ ਸਿਰ ਦੀ ਮੰਗ ਹੀ ਕੀਤੀ, ਉਹ ਸਭ ਤੋਂ ਪਹਿਲਾਂ ਹੀ ਦੌੜ ਪਏ। 80,000 ਦੀ ਗਿਣਤੀ, ਤੇ ਜਿਹਦੇ ਵਿੱਚੋਂ ਜੇ ਆਪਾਂ ਇਤਿਹਾਸ ਪੜ੍ਹੀਏ ਨਾ, ਕਹਿੰਦੇ ਮਸਾਂ ਹੀ 100-150 ਬੰਦਾ ਰਹਿ ਗਿਆ ਸੀ, 100-150 ਬੰਦਾ, ਬਾਕੀ ਸਭ ਭੱਜ ਗਏ। ਵੀ ਬਾਜਾਂ ਵਾਲੇ ਨੇ ਪਤਾ ਨਹੀਂ ਚੰਡੀ ਪੜ੍ਹੀ ਹੈ, ਚੰਡੀ ਉਲਟ ਪੈ ਗਈ ਹੈ, ਆਪਣੇ ਸਿੱਖਾਂ ਨੂੰ ਵੱਢਣ ਲੱਗ ਪਏ ਨੇ। ਸਿਰ ਦੇਣਾ ਕਿਤੇ ਸੌਖੀ ਗੱਲ ਹੈ? ਸਿਰ ਦੇਣਾ ਬੜੀ ਔਖੀ ਗੱਲ ਹੈ। ਉਦੋਂ ਤੇ ਮੈਂ ਫੇਰ ਕਹਿਣਾ, ਕਈ ਵਾਰੀ ਕਹਿਣਾ ਹੁੰਦਾ ਪ੍ਰੋਗਰਾਮਾਂ ਦੇ ਵਿੱਚ, ਉਦੋਂ ਤਾਂ ਫੇਰ ਚੰਗੇ ਸੀ ਜਿਹੜੇ 5 ਨਿੱਤਰ ਆਏ।
ਜੇ ਕਿਤੇ ਅੱਜ ਮੰਗਦੇ ਮੇਰਾ ਖਿਆਲ ਹੈ ਇੱਕ ਵੀ ਨਹੀਂ ਸੀ ਰਹਿਣਾ, ਪੰਡਾਲ ਸਾਰਾ ਹੀ ਵਿਹਲਾ ਹੋ ਜਾਣਾ ਸੀ, ਇੱਕ ਵੀ ਨਹੀਂ ਸੀ ਲੱਭਣਾ। ਉਦੋਂ ਦੇ ਸਿੱਖ ਚੰਗੇ ਸੀ ਜਿਹੜੇ ਪੰਜਾਂ ਨੇ ਸਿਰ ਦੇ ਦਿੱਤੇ। ਅੱਜ ਤੇ ਸਿਰ ਦਿੱਤੇ ਤੋਂ ਬਿਨਾਂ ਕਹੀਏ ਭਾਈ ਅੰਮ੍ਰਿਤ ਛਕ ਲਾ, ਉਹ ਆਖੇ ਲੱਗਣ ਵਾਸਤੇ ਤਿਆਰ ਨਹੀਂ, ਵੀ ਪਤਾ ਨਹੀਂ ਕਿਹੜੇ ਵੇਲਣੇ 'ਚ ਬਾਂਹ ਆ ਜਾਣੀ ਜੇ ਮੈਂ ਅੰਮ੍ਰਿਤ ਛਕ ਲਿਆ ਤੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ। ਇਹ ਮਰਜੀਵੜਿਆਂ ਦਾ ਮਾਰਗ ਹੈ, ਕੱਚਿਆਂ ਦਾ ਮਾਰਗ ਨਹੀਂ ਹੈ। ਤੇ ਗੁਰਮੁਖ ਪਿਆਰਿਓ, ਇਹ ਵੀ ਲੁਕ ਕੇ ਬਹਿ ਗਿਆ ਗੋਹਿਆਂ ਦੇ ਢੇਰ ਓਲੇ। ਹੁਣ ਮਰਦਾਨੇ ਨੂੰ ਫੇਰ ਇਸ਼ਾਰਾ ਕੀਤਾ, ਕਹਿੰਦੇ ਮਰਦਾਨਿਆਂ ਦੂਜੀ ਵਾਰੀ ਫੇਰ ਖੜਕਾ ਦਰਵਾਜ਼ਾ। ਮਰਦਾਨਾ ਲੱਗਾ ਕਹਿਣ ਮਹਾਰਾਜ ਜੀ ਮੈਨੂੰ ਆਉਂਦਾ ਡਰ ਬੀਬੀਆਂ ਕੋਲੋਂ, ਮੈਂ ਨਹੀਂ ਅੱਗੇ ਜਾਣਾ। ਕਹਿੰਦੇ ਮਰਦਾਨਿਆਂ ਬਚਨ ਮੰਨੀਦਾ ਹੈ। ਦੂਜੀ ਵਾਰੀ ਮਰਦਾਨੇ ਨੇ ਫੇਰ ਦਰਵਾਜ਼ਾ ਖਟਖਟਾਇਆ। ਫਿਰ ਆਈ ਮੂਲੇ ਦੀ ਮਾਤਾ, ਇਹਨੇ ਦਰਵਾਜ਼ਾ ਗੁੱਸੇ ਨਾਲ ਖੋਲਿਆ। ਮਰਦਾਨਾ ਲੱਗਾ ਕਹਿਣ ਮਾਤਾ ਤੇਰੇ ਕਰਮ ਚੰਗੇ ਨੇ, ਅੱਜ ਜਗਤ ਜਲੰਧਰ ਨੂੰ ਉਧਾਰ ਕਰਨ ਵਾਲੇ ਠਾਰਨ ਵਾਲੇ ਗੁਰੂ ਨਾਨਕ ਆਇਆ ਹੈ। ਕਹਿੰਦੀ ਬਾਬਾ ਜੀ ਗੁਰੂ ਨਾਨਕ ਦਾ ਤੇ ਮੈਨੂੰ ਪਤਾ ਨਹੀਂ, ਪਰ ਮੂਲਾ ਘਰ ਨਹੀਂ ਹੈ। ਦਰਵਾਜ਼ਾ ਫੇਰ ਬੰਦ ਕਰਤਾ, ਫਿਰ ਬੰਦ ਕਰਕੇ ਚਲੇ ਗਏ। ਤੀਜੀ ਵਾਰੀ ਜਦੋਂ ਮਰਦਾਨੇ ਵੱਲ ਸਤਿਗੁਰਾਂ ਨੇ ਦੇਖਿਆ, ਮਰਦਾਨਾ 2 ਕਦਮ ਪਿੱਛੇ ਹੋ ਗਿਆ। ਕਹਿਣ ਲੱਗਾ ਮਹਾਰਾਜ ਬੀਬੀਆਂ ਦੇ ਕੋਲੋਂ ਮੈਨੂੰ ਆਉਂਦਾ ਡਰ, ਗੁੱਸੇ ਦੇ ਵਿੱਚ ਨੇ। ਮਹਾਰਾਜ ਲੱਗੇ ਕਹਿਣ ਮਰਦਾਨਿਆਂ ਬਚਨ ਮੰਨੀਦਾ ਹੈ। ਜਦੋਂ ਤੀਜੀ ਵਾਰੀ ਦਰਵਾਜ਼ਾ ਖਟਖਟਾਇਆ ਨਾ, ਮੂਲੇ ਦੀ ਮਾਤਾ ਨੇ ਦਰਵਾਜ਼ਾ ਤੇ ਖੋਲਿਆ, ਨਾਲ ਕੌੜੇ ਬੋਲ ਵੀ ਬੋਲੇ। ਕਹਿਣ ਲੱਗੀ ਬਾਬਾ ਜੀ ਇੱਕ ਵਾਰੀ ਕਿਹਾ ਮੂਲਾ ਘਰ ਨਹੀਂ ਹੈ, ਦੂਜੀ ਵਾਰੀ ਕਿਹਾ, ਮੈਂ ਤੀਜੀ ਵਾਰੀ ਵੀ ਕਹਿਨੀ ਆ ਮੂਲਾ ਘਰ ਨਹੀਂ ਹੈ। ਤੁਸੀਂ ਚੰਗੇ ਢੀਠ ਹੋ, ਤੁਸੀਂ ਜਾਂਦੇ ਹੀ ਨਹੀਂ। ਇਹ ਗੱਲ ਕਹੀ। ਅੱਜ ਵੀ ਨਿਰੰਕਾਰ ਦੇ ਮੁਖ ਦੇ ਵਿੱਚੋਂ, ਗੁਰੂ ਨਾਨਕ ਦੇ ਮੁਖ ਚੋਂ ਇੱਕ ਬਚਨ ਨਿਕਲਿਆ। ਕੀ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ? ਕਹਿਣ ਲੱਗੇ ਚੰਗਾ ਮੂਲੇ ਦੀ ਮਾਤਾ, ਜੇ ਮੂਲਾ ਘਰ ਨਹੀਂ ਤੇ ਮੂਲਾ ਘਰ ਹੈ ਵੀ ਨਹੀਂ। ਤੀਰ ਕਮਾਨ ਚੋਂ, ਬੋਲ ਜ਼ਬਾਨ ਚੋਂ, ਹੱਥੋਂ ਨਿਕਲਿਆ ਵਕਤ, 3 ਚੀਜ਼ਾਂ ਬੰਦੇ ਦੇ ਹੱਥ ਨਹੀਂ ਆਉਂਦੀਆਂ। ਹੁਣ ਗੁਰੂ ਨਾਨਕ ਦਾ ਬਚਨ, ਜੇ ਘਰ ਨਹੀਂ ਤੇ ਘਰ ਹੈ ਵੀ ਨਹੀਂ। ਉਸ ਗੋਹਿਆਂ ਦੇ ਢੇਰ ਦੇ ਵਿੱਚੋਂ ਜ਼ਹਿਰੀਲਾ ਫਨੀਅਰ ਸੱਪ ਨਿਕਲਿਆ। ਉਹਨੇ ਮਾਰਿਆ ਡੰਗ ਮੂਲੇ ਦੇ ਪੈਰ ਤੇ। ਮੂਲਾ ਉੱਥੇ ਪਿੱਛੇ ਨੂੰ ਡਿੱਗ ਪੈਂਦਾ ਤੇ ਚੜ੍ਹਾਈ ਕਰ ਜਾਂਦਾ। ਮੂਲਾ ਚੜ੍ਹਾਈ ਕਰ ਜਾਂਦਾ ਹੈ, ਮੂਲਾ ਮਰ ਗਿਆ। ਦੁਪਹਿਰ ਦਾ ਵੇਲਾ, ਬੀਬੀਆਂ ਨੂੰ ਸੀ ਵੀ ਜੇ ਆ ਗਏ ਤੇ ਪ੍ਰਸ਼ਾਦਾ ਛਕਾਉਣਾ ਪੈਣਾ ਗਰਮੀ 'ਚ। ਹੁਣ ਆਪਣੇ ਘਰਾਂ ਵਾਲੀ ਝਾਤੀ ਮਾਰ ਲਈਏ, ਕਈ ਬੀਬੀਆਂ ਐਸੀਆਂ ਹੁੰਦੀਆਂ ਨੇ, ਕੋਈ ਰਿਸ਼ਤੇਦਾਰ, ਕੋਈ ਸੇਵਾਦਾਰ, ਕੋਈ ਮਹਾਂਪੁਰਖ ਆ ਜਾਣ, ਉਹਨਾਂ ਨੂੰ ਉਤਸ਼ਾਹ ਹੁੰਦਾ ਹੈ ਪ੍ਰਸ਼ਾਦਾ ਪਾਣੀ, ਜਲ ਪਾਣੀ ਛਕਾਈਏ। ਪਰ ਕਈ ਐਸੀਆਂ ਵੀ ਨੇ, ਜਿੰਨਾ ਚਿਰ ਅਗਲਾ ਜਾਂਦਾ ਨਹੀਂ ਉਹਦੇ ਮੱਥੇ ਦੀਆਂ ਤੀੜੀਆਂ ਨਹੀਂ ਖੁੱਲਦੀਆਂ ਵੀ ਆ ਕਿਉਂ ਗਏ। ਗਰਮੀ 'ਚ ਪ੍ਰਸ਼ਾਦਾ ਛਕਾਉਣਾ ਪੈਣਾ, ਇਹ ਕਿਤੇ ਕੋਈ ਸੌਖੀ ਗੱਲ ਨਹੀਂ ਹੈ। ਇਹ ਵੀ ਉਹਨਾਂ ਬੀਬੀਆਂ ਦੇ ਕਰਮ ਚੰਗੇ ਹੋਣ, ਸੇਵਾ ਤਾਂ ਹੀ ਲੁੱਟ ਹੁੰਦੀ ਹੈ। ਗੁਰਮੁਖ ਪਿਆਰਿਓ, ਹੁਣ ਆਵਾਜ਼ਾਂ ਦਿੰਦੀਆਂ ਨੇ। ਗੁਰੂ ਨਾਨਕ ਸਾਹਿਬ ਤਾਂ ਤੁਰ ਪਏ ਉੱਥੋਂ, ਆਵਾਜ਼ਾਂ ਦਿੰਦੀਆਂ ਨੇ ਵੇ ਮੂਲਿਆ ਆ ਜਾ, ਸਾਧ ਚਲੇ ਗਏ ਨੇ। ਹੁਣ ਮੂਲਾ ਹੋਵੇ ਤੇ ਆਵਾਜ਼ ਦਵੇ। ਜਦੋਂ ਆਵਾਜ਼ਾਂ ਦਿੱਤੀਆਂ ਕੋਈ ਆਵਾਜ਼ ਨਾ ਆਈ, ਜਾ ਕੇ ਵੇਖਿਆ, ਕੀ ਵੇਖਦੀਆਂ ਨੇ? ਮੂਲਾ ਮਰਿਆ ਪਿਆ, ਮੂੰਹ ਚੋਂ ਝੱਗ ਜਾਂਦੀ ਹੈ। ਸਤਿਗੁਰਾਂ ਤੋਂ ਜੋ ਬੇਮੁਖ ਹੁੰਦੇ ਨੇ, ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਹੁਣ ਪਿੱਛੇ ਦੌੜ ਪਈਆਂ ਗੁਰੂ ਨਾਨਕ ਸਾਹਿਬ ਦੇ, ਜਦੋਂ ਮਰਿਆ ਦੇਖਿਆ। ਆਵਾਜ਼ਾਂ ਦਿੰਦੀਆਂ ਨੇ। ਮਰਦਾਨਾ ਕਹਿਣ ਲੱਗਾ ਮਹਾਰਾਜ ਬੀਬੀਆਂ ਪਿੱਛੇ ਭੱਜੀਆਂ ਆਉਂਦੀਆਂ ਨੇ, ਅੱਗੇ ਦਰਵਾਜ਼ਾ ਨਹੀਂ ਸੀ ਖੋਲਦੀਆਂ। ਹੁਣ ਗੁਰੂ ਨਾਨਕ ਸਾਹਿਬ ਨੂੰ ਪਤਾ ਸੀ, ਰੁਕ ਗਏ।
ਆ ਗਈਆਂ ਮਹਾਰਾਜ, ਮੂਲਾ ਤੁਹਾਡਾ ਸੇਵਕ ਸੀ। ਗੁਰੂ ਨਾਨਕ ਪਾਤਸ਼ਾਹ ਲੱਗੇ ਕਹਿਣ, ਜੇ ਸੇਵਕ ਸੀ ਤਾਂ ਹੀ ਉਹਦੇ ਘਰ ਗਏ ਸੀ ਨਾ, ਨਹੀਂ ਤੇ ਸਾਰਾ ਸਿਆਲਕੋਟ ਸ਼ਹਿਰ ਵਸਦਾ ਸੀ, ਕਿਸੇ ਹੋਰ ਦੇ ਘਰ ਨਹੀਂ ਅਸੀਂ ਚਲੇ ਗਏ। ਜੇ ਸਾਡਾ ਸਿੱਖ ਸੀ ਤਾਂ ਹੀ ਗਏ ਸੀ। ਉਹਦੇ ਘਰ ਵਾਲੀ ਕਹਿਣ ਲੱਗੀ, ਮੂਲਾ ਮਰ ਗਿਆ, ਚੜ੍ਹਾਈ ਕਰ ਗਿਆ। ਮਰਦਾਨਾ ਲੱਗਾ ਕਹਿਣ, 3 ਘੰਟੇ ਦਰਵਾਜ਼ੇ ਅੱਗੇ ਖੜੇ ਰਹੇ, ਚੰਗਾ ਹੋ ਗਿਆ ਮਰ ਗਿਆ, ਮਗਰੋਂ ਲੈ ਗਿਆ। ਗੁੱਸੇ ਚ ਆਇਆ ਮਰਦਾਨਾ, ਨਾ ਵੀ ਮਰਦਾਨਿਆ ਐਵੇਂ ਨਹੀਂ ਕਹੀਦਾ, ਮਹਾਰਾਜ ਇਹਨੂੰ ਬਖਸ਼ ਲਓ। ਗੁਰੂ ਨਾਨਕ ਪਾਤਸ਼ਾਹ ਲੱਗੇ ਕਹਿਣ, ਆਏ ਤੇ ਬਖਸ਼ਣ ਸੀ, ਪਰ ਮੂਰਖ ਲੁਕ ਕੇ ਬਹਿ ਗਿਆ। ਹੁਣ ਇਹਨੂੰ ਬਖਸ਼ਾਂਗੇ ਜ਼ਰੂਰ, ਪਰ ਅਜੇ ਨਹੀਂ, ਇਹਨੂੰ ਅਸੀਂ ਬਖਸ਼ਾਂਗੇ ਹੁਣ 10ਵੇਂ ਜਾਮੇ ਵਿੱਚ ਆ ਕੇ। ਹੁਣ 10ਵੇਂ ਜਾਮੇ ਚ ਬਖਸ਼ਾਂਗੇ। ਮੂਲਾ ਮਰਦਾ ਹੈ, ਕਈ ਜੂਨਾਂ ਚ ਪੈਂਦਾ ਹੈ। ਗੁਰਮੰਤ ਹੀਣ ਸਜੋ ਪ੍ਰਾਣੀ, ਤਰਗੰਤ ਜੋਨ ਭ੍ਰਿਸ਼ਟਣੇ। ਕੂਕਰੈ ਸੂਕਰੈ ਗਰਦ ਪੈ, ਕਾਕ ਨੇ ਸਰਪ ਲੈ ਤੁਲਖ ਲੈ। ਕਾਂ ਕੁੱਤੇ ਬਿੱਲੇ ਇਹੋ ਜੀਆਂ ਜੂਨਾਂ ਦੇ ਵਿੱਚ ਤੁਰਿਆ ਫਿਰਦਾ। ਉਧਰ ਮੂਲਾ ਜੂਨਾਂ ਬਦਲਦਾ ਹੈ, ਉਧਰ ਗੁਰੂ ਸਾਹਿਬਾਨਾਂ ਦੇ ਜਾਮੇ ਬਦਲੀ ਹੁੰਦੇ ਨੇ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ 9 ਗੁਰੂ ਸਾਹਿਬਾਨ, ਉਹਨਾਂ ਤੋਂ ਬਾਅਦ 10ਵੇਂ ਪਾਤਸ਼ਾਹ। ਪਟਨੇ ਮੇ ਪ੍ਰਗਟ ਭਇਓ ਸੋਢ ਵੰਸ਼ ਸਿਰ ਤਾਜ, ਵਾਸੀ ਆਨੰਦਪੁਰ ਸਾਹਿਬ ਕੇ ਚਿੱਟੇ ਜਿਨ ਕੇ ਬਾਜ। 10ਵਾਂ ਜਾਮਾ ਆ ਗਿਆ ਤੇ ਗੁਰੂ ਸਾਹਿਬਾਨਾਂ ਨੇ 10ਵੇਂ ਪਾਤਸ਼ਾਹ ਨੇ ਜਿੱਥੇ ਪਟਨਾ ਸਾਹਿਬ 'ਚ ਅਵਤਾਰ ਧਾਰਿਆ, ਆਨੰਦਪੁਰ ਸਾਹਿਬ ਦੀ ਧਰਤੀ ਤੇ ਅਨੇਕਾਂ ਕੌਤਕ ਕੀਤੇ। ਛੋਟੇ ਤੇ ਵੱਡੇ 14 ਜੰਗ ਕੀਤੇ, ਪੌਂਟੇ ਭੰਗਾਣੀ ਵਰਗੇ ਜੰਗ। ਪਰਿਵਾਰ ਸਰਸਾ ਨਦੀ ਦੇ ਕੰਢੇ ਤੇ ਵਿਛੜ ਗਿਆ। ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਕੰਧਾਂ ਵਿੱਚ ਚਿਣੇ ਗਏ। ਚਮਕੌਰ ਦਾ ਜੰਗ ਭਾਰੀ ਹੋਇਆ, ਵਿੱਚ ਗੜੀ ਚਮਕੌਰ ਦੀ 10ਵਾਂ ਗੁਰ ਆਇਆ। ਉਹਦੀ ਕਲਗੀ ਚਮਕਾਂ ਮਾਰਦੀ, ਉਹਦਾ ਤੇਜ ਸਵਾਇਆ। ਉਹਦੇ ਮੋਢੇ ਬਾਸ਼ਕ ਉੱਡਣੇ, ਪੱਥਾ ਲਟਕਾਇਆ। ਉਹਦੇ ਗਾਤਰੇ ਪੁੱਤਰ ਕਾਲ ਦਾ ਲਹੂ ਪੀਵਣ ਆਇਆ। ਉਹਦੇ ਨਾਲ ਦੇ 40 ਯੋਧਿਆਂ ਸਿਰ ਤਲੀ ਟਕਾਇਆ। ਅੱਜ ਜਾਮਾ ਸਾਹਿਬ ਅਜੀਤ ਸਿੰਘ ਕੋਈ ਨੂਰੀ ਪਾਇਆ। ਵਾਹ ਜੋਸ਼ ਪੁੱਤਾਂ ਦਾ ਦੇਖ ਕੇ ਪਿਓ ਖੁਸ਼ੀ ਮਨਾਇਆ। ਚਮਕੌਰ ਦਾ ਜੰਗ, ਇੱਥੋਂ ਮਹਾਰਾਜ ਫਿਰ ਆਖਰੀ ਟਾਈਮ ਦੱਖਣ ਨੰਦੇੜ ਦਮਦਮਾ ਸਾਹਿਬ ਤੋਂ ਹੁੰਦੇ ਹੋਏ ਪਹੁੰਚ ਗਏ। ਇੱਥੇ ਗੁਰਮੁਖ ਪਿਆਰਿਓ ਬਹਾਦਰ ਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਵੀ ਆਇਆ ਤੇ ਸ਼ਿਕਾਰ ਖੇਡਣ ਵਾਸਤੇ ਗਏ। ਇੱਕ ਸਹਿਆ ਨਿਕਲਿਆ, ਮਹਾਰਾਜ ਨੇ ਤੀਰ ਮਾਰਿਆ, ਇਹਨੂੰ ਮਾਰ ਦਿੱਤਾ। ਸਿੱਖ ਲੱਗੇ ਕਹਿਣ, ਮਹਾਰਾਜ ਤੁਹਾਡੇ ਵਰਗੇ ਸੂਰਬੀਰ ਦਾ ਬਹਾਦਰ ਦਾ ਤੀਰ ਸਹਿ ਤੇ ਨਹੀਂ ਸੀ ਚੱਲਣਾ ਚਾਹੀਦਾ, ਇਹ ਤਾਂ ਬੱਬਰ ਸ਼ੇਰਾਂ ਤੇ ਚੱਲਣਾ ਚਾਹੀਦਾ ਸੀ। ਮਹਾਰਾਜ ਲੱਗੇ ਕਹਿਣ, ਸਹਿਆ ਨਹੀਂ ਹੈ। ਮਹਾਂਪੁਰਖ ਵੀ ਆ ਰਹੇ ਨੇ ਸਾਡੇ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ, ਉਹਨਾਂ ਦੇ ਆਇਆਂ ਤੇ ਭਾਈ ਜਕਾਰੇ ਸੰਗਤ ਨੂੰ ਬੇਨਤੀ ਹੈ। ਜਥੇਦਾਰ ਸਾਹਿਬ ਬੋਲੇ ਸੋ ਨਿਹਾਲ। ਸਾਡੇ ਬਹੁਤ ਪਿਆਰ ਵਾਲੇ ਮਹਾਂਪੁਰਖ ਬਾਬਾ ਜੀ ਨੂੰ ਬੇਨਤੀ, ਆਪ ਜੀ ਦਾ ਸਮਾਂ ਆਓ ਜੀ। ਜਦੋਂ ਜਾਈਦਾ ਬੜਾ ਪਿਆਰ ਸਤਿਕਾਰ ਮਹਾਂਪੁਰਖਾਂ ਦੇ ਕੋਲੋਂ। ਅਸੀਂ 10 ਤਰੀਕ ਨੂੰ ਗਏ ਬਾਬਾ ਜੀ ਦੇ ਕੋਲ, ਸਾਡਾ ਉੱਥੇ ਸਰਸੇ ਪ੍ਰੋਗਰਾਮ ਸੀ ਕੀਰਤਨ ਦਾ। ਬਾਬਾ ਗੁਰਚਰਨ ਸਿੰਘ ਸੇਵਾ ਸਿੰਘ ਹੁਣਾਂ ਦਾ ਠਾਠ ਨਾਨਕਸਰ। ਜਦੋਂ ਬਾਬਾ ਜੀ ਨੂੰ ਪਤਾ ਲੱਗਾ ਆਰਾਮ ਕਰਨ ਗਏ ਸੀ, ਪਰ ਉੱਠ ਕੇ ਆ ਗਏ। ਇੰਨਾ ਪਿਆਰ, ਲੰਗਰ ਵਾਸਤੇ ਨੇਕਾਂ ਰਸਤਾਂ, ਬੜਾ ਵੱਡਾ ਸਹਿਯੋਗ ਮਹਾਂਪੁਰਖਾਂ ਨੇ ਸਮਾਗਮ ਦੇ ਵਿੱਚ ਦਿੱਤਾ ਹੈ। ਉਹਨਾਂ ਮਹਾਂਪੁਰਖਾਂ ਨੂੰ ਆਇਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ। ਇਹ ਉਸ ਗੱਦੀ ਤੋਂ ਆਏ ਨੇ ਜਿੱਥੇ ਆਪਣੇ ਬਾਬਾ ਮਹਾਰ ਨਾਮ ਸਿੰਘ ਜੀ ਨੇ ਬੈਠ ਕੇ ਭੁੱਚੋ ਸਾਹਿਬ ਦੀ ਧਰਤੀ ਤੇ ਬਹੁਤ ਤਪੱਸਿਆ ਕੀਤੀ ਤੇ ਬਾਬਾ ਜੀ ਨੇ ਉੱਥੋਂ ਦਾ ਨਕਸ਼ਾ ਹੀ
ਦਰਗਾਹੀ ਨਕਸ਼ਾ ਬਣਾ ਦਿੱਤਾ, ਕਿੱਡੇ ਕਿੱਡੇ ਮਹੱਲ ਉੱਥੇ ਉਸਰ ਰਹੇ ਨੇ। ਬੜੀ ਕਿਰਪਾ ਧੰਨ ਬਾਬਾ ਮਾਹਰ ਨਾਮ ਸਿੰਘ ਜੀ ਦੀ, ਧੰਨ ਬਾਬਾ ਆਨੰਦ ਸਿੰਘ ਜੀ ਦੀ, ਧੰਨ ਬਾਬਾ ਈਸ਼ਰ ਸਿੰਘ ਜੀ ਦੀ, ਧੰਨ ਬਾਬਾ ਕੁੰਦਨ ਸਿੰਘ ਜੀ ਦੀ। ਉਹ ਬਖਸ਼ਿਸ਼ਾਂ ਅੱਜ ਸਾਰੀਆਂ ਹੀ ਜਿੰਨੇ ਵੀ ਅਸਥਾਨ ਸਾਡੇ ਮਹਾਂਪੁਰਖਾਂ ਦੇ ਨੇ, ਸਾਰੀ ਜਗ੍ਹਾ ਉਹਨਾਂ ਦੀਆਂ ਸ਼ਕਤੀਆਂ ਮੌਜੂਦਾ ਮਹਾਂਪੁਰਖਾਂ ਦੇ ਵਿੱਚੋਂ ਦੀ ਹੋ ਕੇ ਵਰਤ ਰਹੀਆਂ ਨੇ। ਤੇ 10ਵੇਂ ਪਾਤਸ਼ਾਹ ਨੇ ਫਿਰ ਉਸ ਸ਼ਹਿ ਦਾ ਸ਼ਿਕਾਰ ਕੀਤਾ ਤੇ ਦੱਸ ਦਿੱਤਾ, ਭਾਈ ਇਹ ਮੂਲਾ ਖੱਤਰੀ ਸੀ, ਸਾਡੇ ਪਹਿਲੇ ਜਾਮੇ ਦਾ ਭੁੱਲਿਆ ਹੋਇਆ ਸੀ, ਅਸੀਂ ਬਚਨ ਕੀਤਾ ਸੀ 10ਵੇਂ ਜਾਮੇ 'ਚ ਬਖਸ਼ਾਂਗੇ, ਤੇ ਅਸੀਂ 10ਵੇਂ ਜਾਮੇ 'ਚ ਇਹਦਾ ਉਧਾਰ ਕੀਤਾ। ਆਓ ਮਹਾਂਪੁਰਖਾਂ ਦਾ ਜਥਾ ਪਹਿਲਾਂ ਹਾਜ਼ਰੀ ਲਵਾਏਗਾ। ਬਹੁਤ ਲੰਮੇ ਸਮੇਂ ਤੋਂ ਸਾਰੀਆਂ ਸੰਗਤਾਂ ਉਡੀਕ ਕਰ ਰਹੀਆਂ ਸੀ, ਬਹੁਤ ਪਿਆਰ ਵਾਲੀਆਂ ਸੰਗਤਾਂ ਮਹਾਂਪੁਰਖਾਂ ਦੀ ਉਡੀਕ ਵਿੱਚ ਬੈਠੀਆਂ ਨੇ। ਆਪਾਂ ਉਹਨਾਂ ਤੋਂ ਰਸ ਭਿੰਨੇ ਅੰਮ੍ਰਿਤਮਈ ਕਮਾਏ ਹੋਏ ਬਚਨ ਸੁਣ ਕੇ ਆਪਾਂ ਆਪਣਾ ਜੀਵਨ ਸਫਲਾ ਕਰਨਾ ਹੈ। ਆਓ ਸਾਡੇ ਸਤਿਕਾਰਯੋਗ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਂਪੁਰਖ, ਉਹਨਾਂ ਕੋਲੋਂ ਸਰਵਣ ਕਰੀਏ ਜੀ। ਦਾਸਾਂ ਵੱਲੋਂ ਹੋਈਆਂ ਭੁੱਲਾਂ ਦੀ ਮਾਫੀ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਆਵਾਜ਼ ਨਹੀਂ ਆਈ ਸੰਗਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।